ਗੁਰੂ ਨਾਨਕ ਪਾਦ ਪੰਕਜ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਹਿਰਦੈ ਸ਼੍ਰੀ ਗੁਰੂ ਰਾਮ ਗੁਰੂ ਅਰਜਨ ਬਿਘਨਨ ਕੇ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੁਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਹਰੋ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਜਾਮ ਹੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਦੋਹਰਾ प्रथम तुरक की छाव को छोवन देत नैनीर। कारण कर बेहित अस आदर करत बडेर। वाहिगुरु जी का खालसा वाहिगुरु जी की फतेह। परम सत्कार योग सम्मान योग गुरु की साजी और नवाजी हुई गुरु खालसा साध संगत जीओ धनता दे पात्र हो। पिछले पैरां दे सजे हुए दीवानां च गुरु चरनां च हाजरियां भर के नौवें पातशाह जगत गुरु श्री गुरु तेग बहादुर साहब जी महाराज जी दीयां खुशियां प्राप्त कर रहे। देन दुनिया दे मालक वालिए कुल आलम सतगुरु श्री गुरु ग्रंथ साहिब जी महाराज जी दे दर्शन दीदार परस रहे। दर्शन परसिया गुरु के जन्म मरण दुख जाए। दीन दयाल सतगुरां दे दर्शन परस के रब्बी बाणी दा कीर्तन आप जी ने सरवण कीता है। लड़ीवार गुर इतिहास की पावन अमृत कथा आप जी सरवण कर रहे। गुल खां ने अकिरत घणता कीती है नमक हरामी की बिरती दे नाल। विसाघात करके सतगुरु कलगीधर पातशाह जी महाराज जी दे उत्ते कटार दा वार कीता है।
ਇਹਦੇ 3 ਵਾਰ ਮਹਾਰਾਜ ਜੀ ਨੇ ਵੇਖੇ ਨੇ। ਪਹਿਲਾਂ 2 ਵਾਰ ਖਾਲੀ ਗਏ, ਤੀਜਾ ਵਾਰ ਸਤਿਗੁਰਾਂ ਦੀ ਵੱਖੀ ਵਿੱਚ ਵੱਜਾ। ਪਲਟਵੇਂ ਵਜੋਂ ਸਤਿਗੁਰਾਂ ਨੇ ਆਪਣੇ ਹੱਥ 'ਚ ਫੜੀ ਕਟਾਰ ਦਾ ਵਾਰ ਕਰਕੇ ਗੁਲ ਖਾਂ ਦੇ ਪ੍ਰਾਣ ਹਰ ਲਏ ਨੇ। ਇਹਦੇ ਨਾਲ ਇਹਦਾ ਦੂਸਰਾ ਭਾਈ ਸਾਥੀ ਅਤੌਲਾ ਖਾਂ, ਉਹ ਬਾਹਰ ਸਿੰਘ ਨੇ ਝਟਕ ਦਿੱਤਾ। ਇਹਨਾਂ ਨੂੰ ਅਫੜਾ ਦਫੜੀ ਵਿੱਚ ਸਾਰੇ ਸਿੰਘ ਸਤਿਗੁਰਾਂ ਕੋਲ ਆ ਪਹੁੰਚੇ। ਹੈਰਾਨੀ ਪ੍ਰਗਟ ਕਰਦੇ ਨੇ ਕਿ ਇਹ ਕੀ ਹੋ ਗਿਆ। ਹਨੇਰਾ ਹੈ, ਕਿਉਂਕਿ ਰਹਿਰਾਸ ਸਾਹਿਬ ਜੀ ਦਾ ਪਾਠ ਕਰ ਹਟੇ ਸਨ। ਸੂਰਜ ਛਿਪ ਚੁੱਕਾ ਸੀ। ਜਿੱਥੇ ਮਹਾਰਾਜ ਜੀ ਦਾ ਤੰਬੂ ਸੀ, ਹਾਲੇ ਉੱਥੇ ਕੋਈ ਰੌਸ਼ਨੀ ਦਾ ਪ੍ਰਬੰਧ ਨਹੀਂ ਸੀ ਕੀਤਾ। ਇੱਕਦਮ ਸੇਵਾਦਾਰ ਗਏ, ਭੱਜ ਕੇ ਰੌਸ਼ਨੀ ਦਾ ਪ੍ਰਬੰਧ ਕੀਤਾ, ਦੀਵਾ ਮਸ਼ਾਲਾਂ ਜਗਾਈਆਂ। ਕਲਗੀਧਰ ਪਾਤਸ਼ਾਹ ਜੋ ਲੀਲਾ ਵਰਤਾ ਰਹੇ ਨੇ ਕਿ ਸੂਰਮੇ ਦੇ ਚਿੱਤ 'ਚ ਹੁਲਾਸ ਹੁੰਦਾ ਹੈ ਕਿ ਸ਼ਸਤਰ ਵੱਜ ਕੇ ਤਨ ਤੇ ਮੈਂ ਪ੍ਰਾਣ ਤਿਆਗਾਂ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਨੇ ਉਹ ਭਾਣਾ ਵਰਤਾਇਆ, ਭਾਵੇਂ ਕਿ ਮੇਰੇ ਸਾਹਿਬ ਸਣੇ ਦੇ ਹੀ ਸੱਚਖੰਡ ਗਏ ਨੇ, ਪਰ ਇਹ ਮੇਰੇ ਸਾਹਿਬ ਦੀ ਲੀਲਾ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਕਲਗੀਧਰ ਜੀ ਦੇ ਪਾਵਨ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪ੍ਰਥਮ ਤੁਰਕ ਕੀ ਛਾਵ ਕੋ ਚੋਵਨ ਦੇਤ ਨੈ ਨੀਰ। ਦੇਖੋ ਸਤਿਗੁਰਾਂ ਦੀ ਲੀਲਾ ਬਾਰੇ ਸਿੰਘ ਵਿਚਾਰ ਕਰ ਰਹੇ ਨੇ ਕਿ ਪਹਿਲਾਂ ਤਾਂ ਸਤਿਗੁਰੂ ਜੀ ਕਿਸੇ ਅਣਪਛਾਤੇ ਤੁਰਕ ਦੀ ਛਾਂ ਵੀ ਆਪਣੇ ਨੇੜੇ ਨਹੀਂ ਸੀ ਆਉਣ ਦਿੰਦੇ, ਕਿਉਂਕਿ ਮਹਾਰਾਜ ਜੀ ਦੇ ਵਿਰੋਧੀ ਸਨ ਉਸ ਵੇਲੇ, ਜਿਨ੍ਹਾਂ ਨਾਲ ਜੰਗਾਂ ਯੁੱਧਾਂ ਹੋ ਰਹੀਆਂ ਸਨ। ਤੇ ਜੰਗਾਂ ਯੁੱਧਾਂ ਦੇ ਮਾਹੌਲ ਦੇ ਵਿੱਚ ਤੁਰਕਾਂ ਦੇ ਉੱਤੇ ਜਿਹੜੇ ਅਣਪਛਾਤੇ ਤੁਰਕ ਨੇ ਉਹਨਾਂ ਤੇ ਯਕੀਨ ਨਹੀਂ ਸੀ ਕੀਤਾ ਜਾ ਸਕਦਾ। ਤੋ ਸਿੰਘ ਵਿਚਾਰ ਕਰਦੇ ਨੇ, ਕਹਿੰਦੇ ਪਹਿਲਾਂ ਤਾਂ ਸਤਿਗੁਰੂ ਜੀ ਕਿਸੇ ਤੁਰਕ ਦੀ ਛਾਂ ਵੀ ਆਪਣੇ ਤੇ ਨਹੀਂ ਸੀ ਪੈਣ ਦਿੰਦੇ ਜਿਹੜਾ ਅਣਪਛਾਤਾ ਹੁੰਦਾ ਸੀ। ਇਹ ਪਤਾ ਨਹੀਂ ਅੱਜ ਸਤਿਗੁਰਾਂ ਨੇ ਕੀ ਖੇਡ ਵਰਤਾਈ ਹੈ। ਕਾਰਨ ਕਰ ਬੇਹਿ ਤੇ ਅਸ ਆਦਰ ਕਰਤ ਬਡੇਰ। ਪਰ ਸਤਿਗੁਰਾਂ ਨੇ ਇਦਾਂ ਦਾ ਭਾਣਾ ਵਰਤਾਣਾ ਸੀ ਤੇ ਅਣਪਛਾਤਾ ਗੁਲ ਖਾਂ, ਭਾਵੇਂ ਕਿ ਠੀਕ ਹੈ ਵੀ ਇਹਦਾ ਦਾਦਾ ਗੁਰੂ ਘਰ ਵਿੱਚ ਰਿਹਾ, ਪਰ ਇਹਦੇ ਨਾਲ ਤਾਂ ਮੇਲ ਪਹਿਲੀ ਵਾਰੀ ਹੋਇਆ ਸੀ। ਨਹੀਂ ਸੀ ਪਤਾ ਪਿੱਛੇ ਕੀ ਕਰਕੇ ਆਇਆ, ਕਿੱਥੇ ਰਹਿ ਕੇ ਆਇਆ। ਆਉਂਦੇ ਦਾ ਪਹਿਲੇ ਦਿਨ ਹੀ ਇੰਨਾ ਸਤਿਕਾਰ ਕੀਤਾ ਵੀ ਉਹਨੂੰ ਨੇੜੇ ਲਾ ਲਿਆ। ਅਗਲੇ ਦਿਨ ਉਹਦੇ ਨਾਲ ਬਹਿ ਕੇ ਚੌਪੜ ਖੇਡਣ ਲੱਗ ਪਏ। ਇਹ ਸਤਿਗੁਰਾਂ ਨੇ ਇਦਾਂ ਦਾ ਭਾਣਾ ਵਰਤਾਣਾ ਸੀ, ਇਦਾਂ ਦਾ ਕਾਰਨ ਰਚਣਾ ਸੀ, ਤਦੇ ਸਤਿਗੁਰੂ ਜੀ ਨੇ ਗੁਲ ਖਾਂ ਨੂੰ ਇੰਨਾ ਆਦਰ ਦਿੱਤਾ। ਚੋਪਈ ਕੋਤਕ ਰਚਿਓ ਸਕੇ ਕੋ ਜਾਨ। ਸਤਿਗੁਰਾਂ ਨੇ ਜਿਹੜਾ ਇਹ ਕੌਤਕ ਰਚਿਆ ਕੌਣ ਜਾਣ ਸਕਦਾ ਹੈ। ਇਹਦੇ ਵਿੱਚ ਮੇਰੇ ਸਾਹਿਬ ਦੀ ਕੀ ਰਮਜ ਹੈ, ਇਹਦੇ ਵਿੱਚ ਸਤਿਗੁਰਾਂ ਦੀ ਕੀ ਰਮਜ ਛੁਪੀ ਹੋਈ ਹੈ, ਇਹ ਤਾਂ ਸਤਿਗੁਰੂ ਜੀ ਜਾਣਨ। ਤੋ ਸਿੰਘ ਵਿਚਾਰ ਕਰ ਰਹੇ ਨੇ ਵੀ ਪਤਾ ਨਹੀਂ ਇਹਦੇ ਵਿੱਚ ਸਤਿਗੁਰਾਂ ਦਾ ਕੀ ਕੌਤਕ ਹੈ। ਜਮਦਰ ਖਾਈ ਪਾਨ ਪਠਾਨ। ਕਿ ਇੱਕ ਸਧਾਰਨ ਜਿਹਾ ਪਠਾਨ, ਉਹਦੇ ਹੱਥੋਂ ਮਹਾਰਾਜ ਜੀ ਨੇ ਆਪਣੇ ਤਨ ਦੇ ਉੱਤੇ ਕਟਾਰ ਦਾ ਵਾਰ ਖਾਧਾ। ਭਾਈ ਸੰਤੋਖ ਸਿੰਘ ਜੀ ਵੀ ਕਹਿੰਦੇ ਮੈਂ ਹੈਰਾਨ ਹਾਂ ਵੀ ਸਤਿਗੁਰਾਂ ਦਾ ਕੀ ਚੋਜ ਹੈ, ਕੀ ਖੇਡ ਹੈ ਸਤਿਗੁਰਾਂ ਦੀ, ਕਿ ਇੱਕ ਸਧਾਰਨ ਜਿਹਾ ਬੰਦਾ ਗੁਲ ਖਾਨ
ਉਹਦੇ ਹੱਥੋਂ ਕਟਾਰ ਆਪਣੇ ਤਨ ਤੇ ਸਤਿਗੁਰੂ ਕਲਗੀਧਰ ਜੀ ਨੇ ਖਾਧੀ ਹੈ। ਗੁਲਖਾਂ ਪਰਿਓ ਨਿਹਾਰੇ ਤਿਸੇ, ਲਾਗੇ ਗੋਲਖਾਂ ਮਰਿਆ ਪਿਆ ਤੇ ਉਹਦੇ ਵੱਲ ਵੇਖਦੇ ਨੇ। ਪ੍ਰਭ ਕੋ ਕਾਵ ਲਖਿਓ ਨੇ ਕਿਸੇ, ਜਿਹੜੇ ਸਿੰਘ ਸਨ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਕਲਗੀਧਰ ਜੀ ਦੇ ਵੀ ਕਟਾਰ ਵੱਜੀ। ਉਹ ਸਾਰੇ ਗੋਲਖਾਂ ਵੱਲ ਵੇਖੀ ਜਾਂਦੇ। ਉਹਦਾ ਸਿਰ ਵੱਢ ਦਿੱਤਾ ਸੀ ਲੱਖਾ ਸਿੰਘ ਨੇ, ਤਾੜੋ ਦਾ ਥੱਲੇ ਜ਼ਮੀਨ ਤੇ ਪਿਆ ਹੋਇਆ ਸੀ। ਸਿੰਘ ਉਧਰ ਵੇਖੀ ਜਾਣ, ਕਲਗੀਧਰ ਦਾ ਤਾਂ ਉਹਨਾਂ ਨੂੰ ਖਿਆਲ ਹੀ ਨਹੀਂ ਆਇਆ। ਉਹਨਾਂ ਨੂੰ ਮਨ ਚਿੱਤ ਚੇਤੇ ਵੀ ਨਹੀਂ ਸੀ ਕਿ ਸਤਿਗੁਰਾਂ ਦੇ ਉੱਤੇ ਗੋਲਖਾਨ ਨੇ ਵਾਰ ਕਰ ਦਿੱਤਾ ਹੋਣਾ। ਉਹ ਤਾਂ ਗੋਲਖਾਂ ਵਾਲੀ ਵੇਖੀ ਜਾਂਦੇ ਨੇ, ਇਧਰ ਸਤਿਗੁਰਾਂ ਦੇ ਤਨ ਤੇ ਨਹੀਂ ਵੇਖਿਆ। ਜਬ ਸੰਤੋਖ ਸਿੰਘ ਟਿਗ ਗਇਓ, ਜਥੇਦਾਰ ਬਾਬਾ ਸੰਤੋਖ ਸਿੰਘ ਜੀ ਜਦੋਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਥੋੜਾ ਜਿਹਾ ਨੇੜੇ ਗਏ, ਰੁਦਰ ਪ੍ਰਵਾਹ ਬਿਲੋਕਤ ਭਇਓ, ਇੱਕਦਮ ਜਦੋਂ ਦੀਵਾ ਜਗਿਆ, ਰੌਸ਼ਨੀ ਹੋਈ ਤੇ ਭਾਈ ਸੰਤੋਖ ਸਿੰਘ ਜੀ ਜੋ ਸ੍ਰੀ ਤਖਤ ਹਜੂਰ ਸਾਹਿਬ ਦੇ ਪਹਿਲੇ ਜਥੇਦਾਰ ਸਨ, ਮਹਾਰਾਜ ਜੀ ਨੇ ਥਾਪੇ। ਉਹਨਾਂ ਨੇ ਜਦੋਂ ਜਾ ਕੇ ਕਲਗੀਧਰ ਜੀ ਦੇ ਤਨ ਤੇ ਨਿਗਾਹ ਮਾਰੀ ਤੇ ਸਤਿਗੁਰਾਂ ਦਾ ਸਰੀਰ ਖੂਨ ਨਾਲ ਭਿੱਜਾ ਹੋਇਆ। ਪਾਤਸ਼ਾਹ ਦਾ ਜਾਮਾ ਜਿਹੜਾ ਤਨ ਤੇ ਚੋਲਾ ਪਹਿਨਿਆ ਉਹ ਖੂਨ ਦੇ ਨਾਲ ਭਿੱਜਿਆ ਹੋਇਆ। ਬਾਗਾ ਸਗਰੋ ਲਾਲ ਸੁਬਰਨ, ਸਤਿਗੁਰਾਂ ਦਾ ਪਹਿਨਿਆ ਚੋਲਾ ਤਨ ਦੇ ਉੱਤੇ ਖੂਨ ਦੇ ਨਾਲ ਲਾਲ ਸੁਰਖ ਹੋਇਆ ਤੇ ਅੰਦਰੋਂ ਤਤੀਰੀ ਜਿਹੜੀ ਹੈ ਖੂਨ ਦੀ ਉਹ ਬਾਹਰ ਨੂੰ ਨਿਕਲ ਰਹੀ ਹੈ। ਹੀਰਿਓ ਆਸਤਰਣ ਪੀ ਅਰੁਣ, ਦੇਖਿਆ ਕਿ ਸਤਿਗੁਰਾਂ ਦਾ ਬਿਸਤਰਾ ਜਿਹੜਾ ਉਹ ਵੀ ਲਾਲ ਹੋ ਗਿਆ ਖੂਨ ਨਾਲ, ਕਿਉਂਕਿ ਕਾਵ ਬੜਾ ਡੂੰਘਾ ਸੀ, ਕਟਾਰ ਬੜੀ ਭਿਆਨਕ ਸੀ। ਭਾਵੇਂ ਸਿੱਧੇ ਤੌਰ ਤੇ ਨਹੀਂ ਵੱਜੀ, ਹੱਥ ਕੰਬ ਕੇ ਵੱਜੀ, ਪਰ ਫਿਰ ਵੀ ਬੜਾ ਡੂੰਘਾ ਕਾਵ ਕੀਤਾ ਉਸ ਕਟਾਰ ਨੇ। ਕਟਾਰ ਦਾ ਜਿਹੜਾ ਜ਼ਖਮ ਹੁੰਦਾ ਏ ਚਾਰ ਤਰਫਾ ਹੁੰਦਾ, ਜਿਵੇਂ ਕਿਉਂਕਿ ਉਹਦੇ ਅਗਲੇ ਪਾਸੇ ਤਕਰੀਬਨ ਉਹ ਚਾਰ ਤਰ੍ਹਾਂ ਦੀ ਬਣੀ ਹੁੰਦੀ, ਉਹਨੂੰ ਬੱਲਬ ਟੈਪ ਕਹਿੰਦੇ, ਤੇ ਉਹ ਨੁਕਸਾਨ ਵੱਧ ਕਰਦੀ ਹੈ। ਤੋ ਡੂੰਘਾ ਕਾਵ, ਡੂੰਘਾ ਜ਼ਖਮ ਸੀ ਸਤਿਗੁਰਾਂ ਦਾ, ਚੋਲਾ ਵੀ ਭਿੱਜਾ ਖੂਨ ਨਾਲ ਤੇ ਥੱਲੇ ਬਿਸਤਰਾ ਜਿਹੜਾ ਪਾਤਸ਼ਾਹ ਦਾ ਉਹ ਵੀ ਖੂਨ ਦੇ ਨਾਲ ਭਿੱਜ ਗਿਆ। ਮਹਾਰਾਜ ਨਿਜ ਲਖੋ ਸਰੀਰ, ਪਰ ਮਹਾਰਾਜ ਜੀ ਅਡੋਲ ਬੈਠੇ ਨੇ। ਜਦੋਂ ਭਾਈ ਸੰਤੋਖ ਸਿੰਘ ਜੀ ਦੀ ਨਿਗਾਹ ਪਈ ਤੇ ਵੇਖ ਕੇ ਭਾਈ ਸੰਤੋਖ ਸਿੰਘ ਜੀ ਕਹਿਣ ਲੱਗੇ, ਮਹਾਰਾਜ ਆਪਣਾ ਸਰੀਰ ਵੇਖੋ, ਤੁਸੀਂ ਤਾਂ ਅਡੋਲ ਬੈਠੇ ਹੋ ਬੇਪਰਵਾਹ ਹੋ ਕੇ। ਮਹਾਰਾਜ ਤੁਹਾਡਾ ਤਨ ਵੇਖੋ, ਆਪ ਜੀ ਆਪਣਾ ਸਰੀਰ ਵੇਖੋ। ਨਿਕਸਤ ਰੁਦਰ ਪੀ ਜਗੇ ਚੀਰ, ਆਪ ਜੀ ਦੇ ਤਨ ਚੋਂ ਖੂਨ ਦੀਆਂ ਤਤੀਰੀਆਂ ਵਗ ਰਹੀਆਂ ਨੇ, ਸਾਰੇ ਕੱਪੜੇ ਆਪ ਜੀ ਦੇ ਖੂਨ ਨਾਲ ਭਿੱਜ ਗਏ, ਲੱਥ-ਪੱਥ ਹੋ ਗਏ ਨੇ। ਧੀਰਜ ਧਾਰ ਰਹੇ ਬਰ ਵੀਰ, ਮਹਾਰਾਜ ਆਪ ਜੀ ਬਰ ਸ੍ਰੇਸ਼ਟ ਵੀਰ ਹੋ, ਧੀਰਜ ਧਾਰਨ ਕਰਕੇ ਅਡੋਲ ਬੈਠੇ ਹੋ, ਲੱਗੇ ਹੋਏ ਇਸ ਜ਼ਖਮ ਦੀ ਆਪ ਜੀ ਨੂੰ ਕੋਈ ਪੀੜਾ ਨਹੀਂ। ਲੱਗਿਓ ਕਾਵ ਨੇ ਮਾਨ ਤਪੀਰ, ਏਡਾ ਵੱਡਾ ਘਾਵ ਹੋਇਆ, ਕਿਉਂਕਿ ਛੋਟੀ ਮੋਟੀ ਘਾਵ ਹੁੰਦਾ ਤੇ ਇੰਨਾ ਖੂਨ ਥੋੜੀ ਵਗਦਾ। ਥੱਲੇ ਬਿਸਤਰਾ ਤੱਕ ਭਿੱਜ ਗਿਆ, ਬਿਸਤਰੇ ਦਾ ਚਾਦਰਾ ਭਿੱਜ ਗਿਆ, ਆਪ ਜੀ ਦਾ ਤਨ ਤੇ ਪਾਇਆ ਚੋਲਾ ਭਿੱਜ ਗਿਆ ਖੂਨ ਦੇ ਨਾਲ। ਮਹਾਰਾਜ ਇਸ ਜ਼ਖਮ ਦੀ ਆਪ ਜੀ ਨੇ ਰੰਚਕ ਭਰ ਵੀ ਪੀੜਾ ਨੂੰ ਨਹੀਂ ਮੰਨਿਆ। ਸੁਨ ਪਿਖ ਸਰਬ ਖਾਲਸਾ ਆਇਓ, ਜਦੋਂ ਸਿੰਘਾਂ ਦੇ ਕੰਨਾਂ 'ਚ ਖਬਰ ਪਈ, ਸਾਰੇ ਸਿੰਘ ਇੱਕਦਮ ਭੱਜੇ ਆਏ। ਕਲਗੀਧਰ ਜੀ ਦੇ ਤਨ ਤੇ ਜ਼ਖਮ, ਵਾਰ ਕੀਤਾ। ਜਦੋਂ ਮਹਾਰਾਜ ਜੀ ਦੇ ਤਨ ਤੋਂ ਖੂਨ ਵਗਿਆ ਵੇਖਿਆ ਸਿੰਘਾਂ ਨੇ, ਤੇ ਕਈ ਸਿੰਘਾਂ ਦੇ ਤਾਂ ਤਰਾਹ ਨਿਕਲ ਗਏ, ਜਿਹੜੇ ਜੰਗ ਦੇ ਮੈਦਾਨ ਵਿੱਚ ਸੈਂਕੜੇ ਵੈਰੀਆਂ ਦੇ ਸਿਰ ਵੱਢ ਕੇ ਵੀ ਆਪਣੇ ਮਨ 'ਚ ਕਦੇ ਤਿਨਾਂ ਦੇ ਗਿਲਾਨੀ ਭਾਵ ਨਹੀਂ ਸੀ ਆਉਂਦਾ। ਸੂਰਮਤਾਈ ਦੀ ਬਿਰਤੀ ਵਾਲੇ ਸਨ, ਪਰ ਆਪਣੇ ਜਾਨ ਤੋਂ ਪਿਆਰੇ ਸਾਹਿਬ ਦੇ ਤਨ ਤੋਂ ਵਗਦੀਆਂ ਖੂਨ ਦੀਆਂ ਤਤੀਰੀਆਂ ਵੇਖ ਕੇ ਉਹਨਾਂ ਦੇ ਮਨ ਇੱਕਦਮ ਕੰਬ ਗਏ। ਇੱਕਦਮ ਕਿਆ ਕੀ ਹੋ ਗਿਆ? ਹਾਂਜੀ, ਕਾਵ ਬਸਤਰ ਟਾਰਤ ਦਰਸਾਇਓ, ਮਹਾਰਾਜ ਜੀ ਦੇ ਤਨ ਤੇ ਪਾਇਆ ਚੋਲਾ ਲਾਹ ਕੇ ਪਾਸੇ ਕਰਕੇ ਜ਼ਖਮ ਵੇਖਿਆ। ਪ੍ਰਭ ਜੀ ਜਮਦਾਰ ਕਾਵ ਕਨੇਰਾ, ਜਦੋਂ ਜ਼ਖਮ ਵੇਖਿਆ ਭਾਈ ਸੰਤੋਖ ਸਿੰਘ ਤੇ ਹੋਰ ਸਿੰਘਾਂ ਨੇ ਕਹਿਣ ਲੱਗੇ, ਮਹਾਰਾਜ ਜ਼ਖਮ ਤਾਂ ਬੜਾ ਡੂੰਘਾ ਹੈ, ਕਾਵ ਕਨੇਰਾ। ਮਹਾਰਾਜ ਜਮਧਰ ਕਟਾਰ ਦਾ ਜ਼ਖਮ ਤਾਂ ਬਹੁਤ ਡੂੰਘਾ ਆਪ ਜੀ ਦੇ ਸਰੀਰ 'ਚ ਹੈ। ਲੱਗਿਓ ਆਪ ਕੇ ਹਮ ਅਬ ਹੀਰਾ, ਮਹਾਰਾਜ ਅਸੀਂ ਵੇਖਿਆ ਹੀ ਹੋਣਾ, ਪਹਿਲਾਂ ਧਿਆਨ ਹੀ ਨਹੀਂ ਗਿਆ।
ਅਸੀਂ ਤਾਂ ਗੁਲਖਾਂ ਨੂੰ ਵੇਖੀ ਗਏ। ਕਿਸ ਬਿਦ ਕੋ ਬਿਸਤਾਰਿਓ ਖੇਲ। ਮਹਾਰਾਜ ਇਹ ਕੀ ਖੇਡ ਆਪ ਜੀ ਨੇ ਵਿਸਥਾਰੀ ਹੈ, ਇਹ ਕਿਸ ਤਰ੍ਹਾਂ ਦੀ ਲੀਲਾ ਪਾਤਸ਼ਾਹ ਜੀ ਆਪ ਜੀ ਨੇ ਰਚੀ ਆ, ਸਾਡੀ ਸਮਝ ਵਿੱਚ ਨਹੀਂ ਆਈ। ਰੋਜ਼ ਤੁਰਕ ਸੋ ਰਾਖਿਓ ਮੇਲ। ਮਹਾਰਾਜ ਅਸੀਂ ਤਾਂ ਪਹਿਲੇ ਦਿਨ ਹੀ ਆਪ ਜੀ ਨੂੰ ਕਿਹਾ ਸੀ ਵੀ ਤੁਸੀਂ ਇਹ ਤੁਰਕ ਨਾਲ ਕਿਉਂ ਮਹਾਰਾਜ ਮੂੰਹ ਲਾਉਂਦੇ ਹੋ, ਪਤਾ ਨਹੀਂ ਕੌਣ ਹੈ ਕਿੱਥੋਂ ਆਇਆ। ਮਹਾਰਾਜ ਆਪ ਜੀ ਨੇ ਨਿਸ ਦਿਨ ਇਹਦੇ ਨਾਲ ਬੜਾ ਪ੍ਰੇਮ ਰੱਖਿਆ, ਸਨੇਹ ਰੱਖਿਆ। ਰਿਓ ਹਜ਼ੂਰ ਸਿੰਘ ਨੇ ਕੋਈ। ਤੇ ਰੋਜ਼ ਤੁਹਾਡੇ ਕੋਲ ਆਉਂਦਾ, ਤੁਸੀਂ ਇੰਨਾ ਨੇੜੇ ਲਾ ਲਿਆ ਵੀ ਇਹਨੂੰ ਕੋਲ ਬਿਠਾਣਾ ਸ਼ੁਰੂ ਕਰ ਦਿੱਤਾ। ਅਸੀਂ ਤਾਂ ਸਾਰੇ ਸਿੰਘ ਬੇਪਰਵਾਹ ਹੋ ਗਏ ਵੀ ਕਲਗੀਧਰ ਜੀ ਨੇ ਆਪ ਨੇੜੇ ਲਾਇਆ ਇਹਨੂੰ, ਤੇ ਸਾਰੇ ਸਿੰਘ ਬੇਫਿਕਰ ਹੋ ਕੇ ਇੱਧਰ ਉੱਧਰ ਫਿਰਨ ਲੱਗ ਪਏ, ਤੁਹਾਡੇ ਤੱਕ ਕੋਈ ਪਹਿਰੇ ਤੇ ਨਹੀਂ ਰਿਹਾ। ਤੋ ਤੁਰਕ ਟਿਗ ਰਾਖਾ ਸੋਈ। ਇਹ ਸਿੰਘ ਸਾਰੇ ਚਲੇ ਗਏ ਮਹਾਰਾਜ ਉੱਠ ਕੇ, ਤੇ ਤੁਸੀਂ ਇਹ ਵੀ ਚੱਲਿਆ ਸੀ ਗੁਲਖਾਂ, ਉੱਠ ਕੇ ਇਹਨੂੰ ਤੁਸੀਂ ਆਪਣੇ ਕੋਲ ਬਿਠਾ ਲਿਆ, ਆਖਿਆ ਕੋਈ ਨਹੀਂ ਗੁਲਖਾਂ ਬਹਿ ਜਾ। ਇਦਾਂ ਹੀ ਕੀਤਾ ਸੀ ਨਾ ਸਤਿਗੁਰਾਂ ਨੇ ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ, ਜਦੋਂ ਸਿੰਘ ਉੱਠ ਕੇ ਚੱਲੇ ਤੇ ਗੁਲਖਾਂ ਵੀ ਚੱਲਿਆ ਸੀ। ਮਹਾਰਾਜ ਜੀ ਕਹਿੰਦੇ ਗੁਲਖਾਂ ਤੂੰ ਬੈਠਾ ਰਹਿ। ਮਹਾਰਾਜ ਇਹਨੂੰ ਆਪਣੇ ਕੋਲ ਪਾਪੀ ਨੂੰ ਮਲੇਸ਼ ਨੂੰ ਤੁਸੀਂ ਕਾਹਨੂੰ ਬਿਠਾਣਾ ਸੀ? ਆਪ ਕਰੋ ਉਪਦੇਸ਼ ਪ੍ਰਕਾਸ਼ਾ। ਮਹਾਰਾਜ ਤੁਸੀਂ ਤਾਂ ਸਾਨੂੰ ਉਪਦੇਸ਼ ਦਿੰਦੇ ਹੋ ਵੀ ਜਿਹੜੇ ਮਲੇਛ ਬਿਰਤੀ ਵਾਲੇ ਨੇ ਇਹਨਾਂ ਤੇ ਯਕੀਨ ਨਹੀਂ ਕਰਨਾ, ਇਹਨਾਂ ਤੇ ਵਿਸ਼ਵਾਸ ਨਹੀਂ ਕਰਨਾ। ਕੀਜੇ ਨਹੀਂ ਤੁਰਕ ਪਰਵਾਸਾ। ਇਹਨਾਂ ਮਲੇਛਾਂ ਦੇ ਉੱਤੇ ਪ੍ਰਵਾਸਾ ਨਹੀਂ ਕਰਨਾ, ਇਹਨਾਂ ਤੇ ਯਕੀਨ ਨਹੀਂ ਕਰਨਾ। ਇਹ ਬੇਯਕੀਨੇ ਲੋਕ ਹੁੰਦੇ ਐ ਤੇ ਆਪਣਾ ਭਰੋਸਾ ਤੋੜਦੇ ਹਨ। ਇਹ ਰਾਵਰ ਨੇ ਕਿਆ ਕਰ ਲਿਓ। ਪਰ ਸਤਿਗੁਰੂ ਜੀ ਆਪ ਜੀ ਨੇ ਕੀ ਕੀਤਾ? ਸਾਨੂੰ ਤੁਸੀਂ ਉਪਦੇਸ਼ ਦਿੰਦੇ ਸੀ ਵੀ ਤੁਰਕਾਂ ਤੇ ਯਕੀਨ ਨਹੀਂ ਕਰਨਾ, ਇਹਨਾਂ ਨਾਲ ਆਪਣਾ ਜੰਗ ਯੁੱਧ ਚੱਲ ਰਿਹਾ, ਇਹ ਕੁਝ ਵੀ ਕਰ ਸਕਦੇ ਆ। ਪਰ ਮਹਾਰਾਜ ਆਪ ਤੁਸੀਂ ਆਪ ਇਹਦੇ ਤੇ ਯਕੀਨ ਕਰਕੇ ਉਹਨੂੰ ਕੋਲ ਬਿਠਾ ਲਿਆ। ਇਹ ਮਹਾਰਾਜ ਆਪ ਜੀ ਨੇ ਕੀ ਖੇਡ ਰਚੀ ਹੈ, ਸਾਡੀ ਸਮਝ ਵਿੱਚ ਨਹੀਂ ਆਉਂਦੀ। ਕਾਰੀ ਕਾਵ ਖਾਨ ਤੇ ਖਇਓ। ਔਰ ਇਸ ਖਾਨ ਤੋਂ, ਗੁਲ ਖਾਨ ਤੋਂ ਆਪ ਜੀ ਨੇ ਆਪਣੇ ਸਰੀਰ ਤੇ ਘਾਵ ਖਾਦਾ। ਕਟਾਰ ਦਾ ਵਾਰ ਉਹਨੇ ਬੜਾ ਡੂੰਘਾ ਕੀਤਾ, ਇੱਥੋਂ ਪਤਾ ਲੱਗਦਾ ਵੀ ਉਹਨੇ ਆਪਣੇ ਵੱਲੋਂ ਕਸਰ ਨਹੀਂ ਸੀ ਛੱਡੀ। ਉਹਨੇ ਪੂਰਨ ਤੌਰ ਤੇ ਤੁਹਾਨੂੰ ਮਾਰਨ ਦਾ ਯਤਨ ਕੀਤਾ। ਸਿੰਘ ਸੰਤੋਖ ਸਿੰਘ ਤੇ ਆਦ। ਇਹ ਤਾਂ ਭਾਈ ਸੰਤੋਖ ਸਿੰਘ ਆਦਿਕ ਜਿੰਨੇ ਸਿੰਘ ਕਲਗੀਧਰ ਜੀ ਦੇ ਕੋਲ ਸਨ। ਹੀਰ ਹੀਰ ਸਭ ਲਈ ਬਿਖਾਦ। ਮਹਾਰਾਜ ਜੀ ਦੇ ਤਨ ਤੇ ਜ਼ਖਮ ਵੇਖ ਕੇ ਸਭ ਦੇ ਮਨ ਬਿਖਾਦ ਵਿੱਚ ਆਉਂਦੇ। ਸਾਹਿਬ ਦੇ ਤਨ ਦੇ ਉੱਤੇ ਜ਼ਖਮ ਤੱਕ ਕੇ ਸਾਰਿਆਂ ਦੇ ਹਿਰਦੇ ਇੱਕਦਮ ਆਹਤ ਹੁੰਦੇ ਐ, ਦੁਖੀ ਹੁੰਦੇ ਹਨ। ਧੀਰ ਦੇਨ ਕੋ ਗੁਰੂ ਉਚਾਰੀ। ਸਤਿਗੁਰੂ ਕਲਗੀਧਰ ਜੀ ਨੇ ਵੇਖਿਆ ਮੇਰੇ ਪ੍ਰੇਮ ਦੇ ਰੰਗ 'ਚ ਰੰਗੇ ਮੇਰੇ ਸਿੰਘ, ਮੇਰਾ ਖਾਲਸਾ ਵਿਰਾਗ ਵਿੱਚ ਆ ਗਿਆ, ਤੇ ਸਿੰਘਾਂ ਨੂੰ ਧੀਰਜ ਦੇਣ ਵਾਸਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਭਇਓ ਅਕਾਲ ਪੁਰਖ ਰਖਵਾਰੀ। ਮਹਾਰਾਜ ਜੀ ਕਹਿੰਦੇ ਆ ਸਿੰਘੋ ਕਿਉਂ ਚਿੰਤਾ ਕਰਦੇ ਹੋ, ਕਿਉਂ ਵਿਰਾਗੀ ਹੁੰਦੇ ਹੋ? ਅਕਾਲ ਪੁਰਖ ਨੇ ਸਾਡੀ ਰੱਖਿਆ ਕੀਤੀ ਹੈ। ਭਇਓ ਅਕਾਲ ਪੁਰਖ ਰਖਵਾਰੀ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਡਾ ਰਖਵਾਲਾ ਹੋਇਆ, ਨਿਰੰਕਾਰ ਨੇ ਸਾਡੀ ਰੱਖਿਆ ਕੀਤੀ ਹੈ। ਕਰੋ ਨ ਚਿੰਤਾ ਚਿਤ ਮੈਂ ਕਾਈ। ਤੁਸੀਂ ਆਪਣੇ ਚਿੱਤ 'ਚ ਕਿਸੇ ਤਰ੍ਹਾਂ ਦੀ ਚਿੰਤਾ ਨਾ ਕਰੋ, ਬੇਫਿਕਰ ਹੋ ਜਾਓ ਸਿੰਘੋ, ਮਨ 'ਚ ਫਿਕਰ ਨਾ ਕਰੋ। ਕਾਵ ਅਲਪ ਅਸਕੇਤ ਸਹਾਈ। ਕੋਈ ਨਹੀਂ, ਕੋਈ ਬਹੁਤਾ ਵੱਡਾ ਘਾਵ ਨਹੀਂ ਹੈ, ਛੋਟਾ ਹੀ ਹੈ। ਅਸਕੇਤ ਨੇ, ਜਿਹਦੇ ਹੱਥ ਵਿੱਚ ਖੰਡਾ, ਜਿਹਦਾ ਨਿਸ਼ਾਨ ਖੰਡੇ ਵਾਲਾ ਹੈ, ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਡੀ ਰੱਖਿਆ ਕੀਤੀ ਹੈ, ਉਹਨੇ ਸਾਡੀ ਸਹਾਇਤਾ ਕੀਤੀ ਹੈ। ਖਾਨ ਖੋਰ ਕਰ ਜਮ ਧਰ ਮਾਰੀ। ਇਹ ਖਾਨ ਨੇ ਕੋਈ ਪੁਰਾਣੀ ਖੌਰ ਰੱਖ ਕੇ ਨਾ, ਆਪਣੇ ਮਨ 'ਚ ਵੈਰ ਰੱਖ ਕੇ ਸਾਡੇ ਤੇ ਕਟਾਰ ਦਾ ਵਾਰ ਕੀਤਾ। ਬਹੁਤ ਸਮੇਂ ਕੋ ਦ્વੈਸ਼ ਚਿਤਾਰੀ। ਇਹ ਲੰਮੇ ਸਮੇਂ ਦੀ ਜਿਹੜੀ ਦ્વੈਸ਼ ਸੀ ਇਹਦੇ ਪਿਓ ਦਾਦੇ ਦੀ, ਉਹ ਇਹਦੇ ਅੰਦਰ ਭਰੀ ਹੋਈ ਸੀ, ਉਹ ਦ્વੈਸ਼ ਇਹਨੇ ਚਿਤਾਰੀ ਹੈ, ਯਾਦ ਕੀਤੀ ਹੈ। ਖਸ਼ਟਮ ਗੁਰੂ ਮਹਾਬਲ ਧਾਮਾ। ਸਾਡੇ ਦਾਦਾ ਜੀ 6ਵੇਂ ਗੁਰੂ ਮਹਾਬਲੀ, 5 ਪਿਆਲੇ 5 ਪੀਰ, 6ਠਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕਾ ਮੂਰਤ ਹਰ ਗੋਬਿੰਦ ਸਵਾਰੀ।
ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ ਦੇਨ ਦੁਨੀ ਦਾ ਪਾਤਸ਼ਾਹ ਪਾਤਸ਼ਾਹ ਡੋਲਾ ਧੰਨ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ। ਹਤਿਓ ਜੁਦ ਮੈਂ ਜਾਏ ਪਿਤਾਮਾ ਜੰਗ ਦੇ ਮੈਦਾਨ ਵਿੱਚ ਗੁਲ ਖਾਂ ਦੇ ਦਾਦੇ ਪੈਂਦੇ ਖਾਂ ਨੂੰ 6ਵੇਂ ਪਾਤਸ਼ਾਹ ਨੇ ਕਰਤਾਰਪੁਰ ਸਾਹਿਬ ਦੇ ਜੰਗ ਚ ਮਾਰਿਆ ਸੀ। ਸੁਨ ਤਰਿਓ ਪੂਰਬ ਕੀ ਬਾਤ ਇਹ ਸੁਣਦਾ ਰਿਹਾ ਆਪਣੇ ਪਿਓ ਦੇ ਮੂੰਹੋਂ ਵੀ ਤੇਰੇ ਦਾਦੇ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਮਾਰਿਆ ਸੀ ਜੰਗ ਚ। ਉਹ ਬੜਾ ਬਲੀ ਸੀ, ਉਹ ਬੜਾ ਸੂਰਮਾ ਸੀ। ਆਪਣੇ ਪਿਓ ਕੋਲੋਂ ਸੁਣਦਾ ਰਿਹਾ। ਫਿਰ ਜਿਹੜੇ ਰਖਾਲੂ ਲੋਕ ਸਨ ਉਹ ਇਹਨੂੰ ਪੱਟੀਆਂ ਪੜਾਉਂਦੇ ਰਹੇ। ਅਬ ਲਖ ਕਾਤ ਚਿਓ ਮਮ ਘਾਤ ਇਹਨੇ ਉਹ ਪੁਰਾਣਾ ਖੌਰ ਤੇ ਵੈਰ ਆਪਣੇ ਚਿੱਤ ਚ ਚਿਤਵ ਕੇ ਕੁਝ ਸੂਬਿਆਂ ਦੀਆਂ ਪੱਟੀਆਂ ਦੇ ਉੱਤੇ ਚੱਲ ਕੇ ਇਹਨੇ ਆ ਕੇ ਆਪਣੇ ਉਸ ਪੁਰਾਣੇ ਵੈਰ ਨੂੰ ਚਿਤਵਦਿਆਂ ਸਾਡੇ ਤੇ ਕਟਾਰ ਦਾ ਵਾਰ ਕੀਤਾ। ਆਪਣੇ ਉਸ ਵੈਰ ਨੂੰ ਚਿਤਵ ਕੇ ਵਾਰ ਕੀਤਾ। ਭਇਓ ਅਕਾਲ ਪੁਰਖ ਰਖਵਾਰੇ ਪਰ ਕੋਈ ਗੱਲ ਨਹੀਂ ਸਿੰਘੋ, ਅਕਾਲ ਪੁਰਖ ਨੇ ਸਾਡੀ ਰੱਖਿਆ ਕੀਤੀ। ਅਕਾਲ ਪੁਰਖ ਜੀ ਸਾਡੇ ਰਖਵਾਲੇ ਹਨ। ਕਲਗੀਧਰ ਪਾਤਸ਼ਾਹ ਕਹਿੰਦੇ ਮਹਾਕਾਲ ਰਖਵਾਰ ਹਮਾਰੋ ਮਹਾਲੋਹੋ ਮੈਂ ਕਿੰਕਰ ਥਾਰੋ। ਮਹਾਕਾਲ ਰਖਵਾਰ ਹਮਾਰੋ। ਜਿਹੜਾ ਕਾਲ ਦਾ ਵੀ ਕਾਲ ਹੋਵੇ ਉਹਨੂੰ ਮਹਾਕਾਲ ਅਕਾਲ ਕਹਿੰਦੇ। ਮਹਾਕਾਲ ਦਾ ਮਤਲਬ ਇੱਥੇ ਅਕਾਲ ਹੀ ਹੈ। ਕਲਗੀਧਰ ਦਾ ਸ਼ਬਦ ਵਰਤਿਆ ਮਹਾਕਾਲ, ਉਹ ਅਕਾਲ ਤੋਂ ਵੱਖਰਾ ਨਹੀਂ ਹੈ। ਮਹਾਕਾਲ ਦਾ ਮਤਲਬ ਜਿਹੜਾ ਇੱਕ ਕਾਲ ਸਾਰਿਆਂ ਨੂੰ ਖਾਂਦਾ, ਜਿਹੜਾ ਕਾਲ ਨੂੰ ਵੀ ਭੱਖ ਜਾਏ ਉਹ ਤਾਂ ਅਕਾਲ ਪੁਰਖ ਹੀ ਹੈ ਨਾ। ਕਾਲ ਦਾ ਵੀ ਕਾਲ ਮਹਾਕਾਲ ਸਾਡਾ ਰਖਵਾਲਾ ਹੈ। ਮਹਾਕਾਲ ਰਖਵਾਰ ਹਮਾਰੋ ਮਹਾਲੋਹ ਮੈਂ ਕਿੰਕਰ ਥਾਰੋ। हे ਪ੍ਰਭੂ ਤੂੰ ਮਹਾ ਸਰਬਲੋਹ ਹੈ ਤੇ ਮੈਂ ਤੇਰਾ ਕਿੰਕਰ ਦਾਸ ਹਾਂ, ਸੇਵਕ ਹਾਂ। ਤੇ ਉਹ ਸਾਡੀ ਰੱਖਿਆ ਕਰਨ ਵਾਲਾ ਸਿੰਘੋ ਨੇ ਸਾਡੀ ਰੱਖਿਆ ਕੀਤੀ ਹੈ। ਤਨਕ ਕਾਵ ਪਾ ਜਮ ਧਰ ਮਾਰੇ ਥੋੜਾ ਜਿਹਾ ਜ਼ਖਮ ਹੋਇਆ ਇਹਦੀ ਮਾਰੀ ਹੋਈ ਕਟਾਰ ਤੋਂ। ਦੂਜੀ ਜਮਦਰ ਹਮੋ ਪ੍ਰਹਾਰੀ ਇਹਨੇ ਜਦੋਂ ਵਾਰ ਕੀਤਾ ਦੂਜੀ ਕਟਾਰ ਸਾਡੇ ਹੱਥ 'ਚ ਸੀ। ਮਹਾਰਾਜ ਜੀ ਕਹਿੰਦੇ ਫਿਰ ਦੂਜੀ ਕਟਾਰ ਦਾ ਜਿਹੜਾ ਉਹਦੇ ਨਾਲ ਅਸੀਂ ਵਾਰ ਕੀਤਾ ਇਹਦੇ ਤੇ ਇਹਦੇ ਵਾਰ ਦਾ ਜਵਾਬ ਦੇਣ ਲਈ ਜਾਨ ਨਦੀਨ ਲੀਨ ਅਰ ਮਾਰੀ ਅਸੀਂ ਜਾਣ ਨਹੀਂ ਦਿੱਤਾ ਸਿੰਘੋ। ਦੁਸ਼ਮਣ ਨੂੰ ਇੱਥੇ ਮਾਰ ਕੇ ਢੇਰੀ ਕਰ ਲਿਆ। ਮਾਰਨ ਆਇਆ ਸੀ ਸਾਨੂੰ, ਅਸੀਂ ਇਹਨੂੰ ਜਾਣ ਨਹੀਂ ਦਿੱਤਾ, ਹਰੀ ਇੱਥੇ ਹੀ ਮਾਰ ਲਿਆ। ਸੁਨ ਸਿੰਘਨ ਤਤ ਛਿਨ ਜਲ ਲਿਆਏ ਸਿੰਘਾਂ ਨੇ ਜਦੋਂ ਸੁਣਿਆ ਛੇਤੀ ਨਾਲ ਪਾਣੀ ਲੈ ਕੇ ਆਏ ਗਰਮ। ਕਰਿਓ ਪਕਾਰਣ ਸ਼੍ਰੋਣਤ ਜਾਏ ਔਰ ਸਤਿਗੁਰਾਂ ਦੇ ਤਨ ਤੇ ਜਿਹੜਾ ਜ਼ਖਮ ਸੀ ਖੂਨ ਵਗਦਾ ਉਹਨੂੰ ਜਲ ਨਾਲ ਧੋਇਆ। ਸੂਚੀ ਲਈ ਲੋ ਬਰ ਜੋਆ ਗਰਮ ਜਲ ਦੇ ਨਾਲ ਧੋ ਕੇ ਫਿਰ ਸੂਈ ਜਿਹੜੀ ਚੰਗੇ ਲੋਹੇ ਦੀ ਬਣੀ ਹੋਈ, ਚੰਗੇ ਲੋਹੇ ਦੀ ਬਣੀ ਹੋਈ ਮਤਲਬ ਜਿਹਦੇ ਤੋਂ ਅੱਗੇ ਕਿਸੇ ਪ੍ਰਕਾਰ ਦਾ ਇਨਫੈਕਸ਼ਨ ਨਾ ਵਧੇ, ਕੋਈ ਇਹੋ ਜਿਹੇ ਢੰਗ ਦੇ ਨਾਲ ਬਣਾਈ ਹੋਈ ਸੂਈ ਸੀ, ਉਹ ਸੂਈ ਲਿਆਂਦੀ। ਰੇਸ਼ਮ ਧਾਗਾ ਬੰਦ ਪਰੋਆ ਉਹਦੇ ਵਿੱਚ ਰੇਸ਼ਮ ਦਾ ਧਾਗਾ ਪਾ ਕੇ ਉਹਨੂੰ ਪਰੋਇਆ। ਸਨੇ ਸਨੇ ਸੀਵਨ ਕਰ ਸਾਰਾ ਔਰ ਸਹਿਜੇ ਸਹਿਜੇ ਮਹਾਰਾਜ ਜੀ ਦੇ ਜ਼ਖਮ ਨੂੰ ਕੋਈ ਸਿੰਘ ਜਿਹੜੇ ਜਾਣਕਾਰ ਸਨ, ਜ਼ਖਮਾਂ ਨੂੰ ਟਾਂਕੇ ਲਾਉਣ ਵਾਲੇ, ਤੋਪੇ ਲਾਉਣ ਵਾਲੇ, ਉਹਨਾਂ ਨੇ ਸਹਿਜੇ ਸਹਿਜੇ ਉਹਦੇ ਨਾਲ ਜਿੰਨੀ ਕੁ ਉਹਨਾਂ ਕੋਲ ਜਾਣਕਾਰੀ ਸੀ ਉਹਦੇ ਮੁਤਾਬਕ ਮਹਾਰਾਜ ਜੀ ਦਾ ਜ਼ਖਮ ਸੀਤਾ। ਪਾਟੀ ਬੰਦ ਕੀਨ ਦਿੜ ਪਾਰਾ ਉੱਤੇ ਕੁਝ ਮਲਮ ਵਗੈਰਾ ਲਾ ਕੇ ਪੱਟੀ ਕਰਕੇ ਉਹਨੂੰ ਚੰਗੀ ਤਰ੍ਹਾਂ ਮਜ਼ਬੂਤ ਕਰ ਦਿੱਤਾ ਵੀ ਸਾਹਿਬ ਦੇ ਹਿੱਲਣ ਦੇ ਨਾਲ ਉਹ ਜ਼ਖਮ ਨਾ ਪਾਟੇ। ਆਚੀ ਰੀਤ ਪਲੰਗ ਪਰ ਆਏ ਔਰ ਪਲੰਗੇ ਦੇ ਉੱਤੇ ਜਿਹੜਾ ਬਿਸਤਰਾ ਵਗੈਰਾ ਸੀ ਉਹ ਸਿੰਘਾਂ ਨੇ ਪਾਸੇ ਕਰਕੇ ਬਦਲਿਆ ਔਰ ਪਲੰਗੇ ਦੇ ਉੱਤੇ ਫਿਰ ਦੁਬਾਰਾ ਸੋਹਣਾ ਵਿਛੋਣਾ ਵਿਛਾਇਆ। ਕਲਗੀਧਰ ਜੀ ਉਹਦੇ ਤੇ ਆਣ ਕੇ ਬਿਰਾਜੇ। ਰੁਚੀ ਅਨੁਸਾਰ ਆਹਾਰਨ ਖਾਏ ਇਹਨੇ ਨੂੰ ਸੇਵਾਦਾਰ ਮਹਾਰਾਜ ਜੀ ਲਈ ਲੰਗਰ ਦਾ ਥਾਲ ਲੈ ਕੇ ਆ ਗਿਆ। ਪਾਤਸ਼ਾਹ ਨੇ ਆਸਣ ਤੇ ਬਹਿ ਕੇ ਅੱਗੇ ਸਿੰਘਾਂ ਦੇ ਵਿੱਚ ਬਹਿ ਕੇ ਪੰਗਤ 'ਚ ਪ੍ਰਸ਼ਾਦਾ ਛਕਦੇ ਸਨ। ਅੱਜ ਆਸਣ ਦੇ ਉੱਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਲੰਗਰ ਸੇਵਾਦਾਰ ਲਿਆਇਆ
ਔਰ ਬਹਿ ਕੇ ਸਤਿਗੁਰਾਂ ਨੇ ਛਕਿਆ। ਸੁਪਤ ਰਾਤ ਬੀਤੀ ਹੋਏ ਪ੍ਰਾਤੀ, ਸੁਖ ਦੇ ਨਾਲ ਮੇਰੇ ਸਾਹਿਬ ਨੇ ਰਾਤ ਬਤੀਤ ਕੀਤੀ। ਰਾਤ ਬੀਤੀ, ਲਿਖੀ ਖਾਲਸੇ ਮਿਲ ਕਰ ਪਾਤੀ। ਅਗਲਾ ਦਿਨ ਚੜ ਗਿਆ। ਇਧਰ ਖਾਲਸੇ ਨੇ ਰਲ ਕੇ ਇੱਕ ਚਿੱਠੀ ਲਿਖੀ ਸਿੰਘਾਂ ਨੇ। ਸ਼ਾਹ ਬਹਾਦਰ ਟਿਗ ਸੁਧ ਪਠੀ, ਬਾਦਸ਼ਾਹ ਬਹਾਦਰ ਸ਼ਾਹ ਦੇ ਕੋਲ ਖਬਰ ਭੇਜੀ ਕਿ ਤੇਰੇ ਰਾਜ ਦੇ ਵਿੱਚ, ਤੇਰੀ ਪਾਤਸ਼ਾਹਤ ਦੇ ਵਿੱਚ ਕਲਗੀਧਰ ਦੇ ਉੱਤੇ ਹਮਲਾ ਹੋਇਆ, ਜਿਨ੍ਹਾਂ ਨੇ ਤੈਨੂੰ ਪਾਤਸ਼ਾਹੀ ਦਿੱਤੀ ਹੈ। ਬਾਦਸ਼ਾਹ ਬਹਾਦਰ ਸ਼ਾਹ ਦੇ ਕੋਲ ਸਿੰਘਾਂ ਨੇ ਚਿੱਠੀ ਲਿਖੀ। ਹੁਤੋ ਨਿਕਟੋਤ ਖੋਲਤ ਪਠੀ। ਬਹਾਦਰ ਸ਼ਾਹ ਹਲੇ ਬਹੁਤਾ ਦੂਰ ਨਹੀਂ ਸੀ ਗਿਆ, ਉਹ ਹੈਦਰਾਬਾਦ ਜਾਂਦਾ ਰਸਤੇ ਵਿੱਚ ਨੇੜੇ ਹੀ ਸੀ, ਤੇ ਉਹਦੇ ਕੋਲੋਂ ਚਿੱਠੀ ਛੇਤੀ ਨਾਲ ਪਹੁੰਚੀ ਤੇ ਖੋਲ ਕੇ ਬਹਾਦਰ ਸ਼ਾਹ ਨੇ ਪੜ੍ਹੀ। ਇਹ ਕਿਆ ਭਇਓ ਰਿਓ ਬਿਸਮਾਏ। ਚਿੱਠੀ ਪੜ੍ਹ ਕੇ ਬੜਾ ਹੈਰਾਨ ਹੋਇਆ, ਕਹਿੰਦਾ ਆ ਕੀ ਭਾਣਾ ਵਰਤ ਗਿਆ, ਆ ਕੀ ਹੋ ਗਿਆ, ਕਲਗੀਧਰ ਜੀ ਦੇ ਨਾਲ ਕਿਹਨੇ ਵੈਰ ਕਮਾਇਆ। ਤੁਰਤ ਜ਼ਰਾਹਨ ਕੋ ਬੁਲਵਾਏ। ਉਸੇ ਵੇਲੇ ਬਹਾਦਰ ਸ਼ਾਹ ਨੇ ਜਿਹੜੇ ਚੰਗੇ ਜਰਾ ਡਾਕਟਰ ਸਨ, ਵਿਦਵਾਨ ਕਹਿੰਦੇ ਜਿਹੜੇ ਇਹਦੇ ਕੋਲ ਡਾਕਟਰ ਸੀ, ਉਹ ਅੰਗਰੇਜ਼ ਸੀ। 6ਵੇਂ ਪਾਤਸ਼ਾਹ ਦੇ ਸਮੇਂ ਅੰਗਰੇਜ਼ ਭਾਰਤ ਖੰਡ ਚ ਆ ਗਏ ਸਨ। ਬਹਾਦਰ ਸ਼ਾਹ ਦੇ ਵੇਲੇ ਤਾਈਂ ਕਾਫੀ ਵੱਡੀਆਂ ਪੋਸਟਾਂ ਤੇ ਅੰਗਰੇਜ਼ ਪਹੁੰਚ ਗਏ। ਜਿਹੜੇ ਇਹਦੇ ਕੋਲ 2 ਜਰਾਹ ਸਨ ਬਕਾਇਦਾ, ਉਹ ਜ਼ਖਮਾਂ ਨੂੰ ਸੀਵਣ ਵਾਲੇ, ਜਿਵੇਂ ਆਪਰੇਸ਼ਨ ਦੇ ਸਪੈਸ਼ਲ ਡਾਕਟਰ ਹੁੰਦੇ ਐ, ਇਦਾਂ ਦੇ ਉਹ ਡਾਕਟਰ ਸਨ। ਬਹਾਦਰ ਸ਼ਾਹ ਨੇ ਉਹਨਾਂ ਡਾਕਟਰਾਂ ਨੂੰ ਆਪਣੇ ਕੋਲ, ਉਹਨਾਂ ਵੈਦਾਂ ਨੂੰ ਸੱਦਿਆ। ਕਰ ਤਾਗੀਦ ਦਏ ਹਯਾ ਬਲੀ। ਉਹਨਾਂ ਨੂੰ ਬਲੀ ਘੋੜੇ ਦਿੱਤੇ, ਤਾਗੀਦ ਕਰਕੇ ਭੇਜਿਆ। ਰਾਜ਼ੀ ਕਰੋ ਜ਼ਖਮ ਬਿਦ ਭਲੀ। ਤੁਸੀਂ ਸਿਆਣੇ ਹੋ, ਜਾ ਕੇ ਛੇਤੀ ਨਾਲ ਗੁਰੂ ਪਾਤਸ਼ਾਹ ਕੋਲ ਪਹੁੰਚ ਕੇ ਮਹਾਰਾਜ ਜੀ ਦਾ ਜਿਹੜਾ ਜ਼ਖਮ ਹੈ ਉਹਨੂੰ ਰਾਜੀ ਕਰੋ। ਜਿਹੜੀ ਮਲਮ ਪੱਟੀ ਲੱਗਣੀ ਹੈ, ਜਿਹੜੀ ਦਵਾਈ ਲੱਗਣੀ ਹੈ, ਉਹ ਛੇਤੀ ਨਾਲ ਤਿਆਰ ਕਰਕੇ ਉੱਥੇ ਜਾਓ ਔਰ ਗੁਰੂ ਸਾਹਿਬ ਜੀ ਦਾ ਜ਼ਖਮ ਰਾਜੀ ਕਰੋ। ਤੁਰੰਗ ਤਵਾਵਤ ਸੋ ਚਲ ਆਏ। 2 ਜਰਾ 2 ਡਾਕਟਰ ਬਾਦਸ਼ਾਹ ਬਹਾਦਰ ਸ਼ਾਹ ਦਾ ਹੁਕਮ ਸੁਣਦਿਆਂ ਬੜੀ ਛੇਤੀ ਨਾਲ ਘੋੜੇ ਭਜਾ ਕੇ ਕਾਹਲੀ ਨਾਲ ਚੱਲ ਕੇ ਆਏ। ਦਰਸ਼ਨ ਕਰਕੇ ਸੀਸ ਨਿਵਾਏ। ਸਤਿਗੁਰਾਂ ਕੋਲ ਪਹੁੰਚ ਕੇ ਇਹਨਾਂ ਦੋਨਾਂ ਨੇ ਕਲਗੀਧਰ ਜੀ ਦੇ ਚਰਨਾਂ ਵਿੱਚ ਸੀਸ ਝੁਕਾ ਕੇ ਮੱਥਾ ਟੇਕਿਆ। ਖੋਲ ਜ਼ਖਮ ਕੋ ਸਭ ਬਿਦ ਹੀਰਾ। ਮਹਾਰਾਜ ਜੀ ਦੇ ਜ਼ਖਮ ਤੇ ਜਿਹੜੀ ਪੱਟੀ ਕੀਤੀ ਸੀ, ਉਹ ਪੱਟੀ ਖੋਲ ਕੇ ਇਹਨਾਂ ਨੇ ਜ਼ਖਮ ਚੰਗੀ ਤਰ੍ਹਾਂ ਵੇਖਿਆ। ਸ਼ੁਭ ਉਪਚਾਰ ਕਰੇ ਤਿਸ ਬੇਰਾ। ਜਿਹੜੀ ਕੋਈ ਕਮੀ ਪੇਸ਼ੀ ਸੀ ਨਾ, ਵੇਖਿਆ ਵੀ ਟਾਂਕੇ ਸਹੀ ਢੰਗ ਨਾਲ ਨਹੀਂ ਲੱਗੇ ਹੋਏ। ਇਹਨਾਂ ਨੇ ਆਪਣੇ ਵੱਲੋਂ ਜਿੰਨੀ ਹੋਰ ਵਧੀਆ ਢੰਗ ਦੇ ਨਾਲ ਸੇਵਾ ਹੋ ਸਕਦੀ ਸੀ ਜ਼ਖਮ ਦੀ ਰਾਜੀ ਕਰਨ ਵਾਸਤੇ, ਇਹਨਾਂ ਨੇ ਉਹ ਸਾਰਾ ਜਿਹੜੀ ਸੇਵਾ ਉਹ ਕੀਤੀ, ਸੇਵਾ ਨਿਭਾਈ। ਪੀਛੇ ਸ਼ਾ ਲਿਖਿਓ ਪਰਵਾਨਾ। ਡਾਕਟਰਾਂ ਨੇ ਆਪਣੇ ਵੱਲੋਂ ਲਿਆਂਦੀ ਜਿਹੜੀ ਕੋਈ ਦਵਾਈ ਸੀ, ਉਹਦੇ ਨਾਲ ਮਲਮ ਪੱਟੀ ਕੀਤੀ, ਜ਼ਖਮ ਨੂੰ ਸੋਹਣੇ ਢੰਗ ਦੇ ਨਾਲ ਸੀਤਾ ਔਰ ਕਲਗੀਧਰ ਪਾਤਸ਼ਾਹ ਜੀ ਦੀ ਸੇਵਾ 'ਚ ਇੱਥੇ ਹਾਜ਼ਰ ਰਹੇ। ਇੰਨੇ ਨੂੰ ਪਿੱਛੋਂ ਬਾਦਸ਼ਾਹ ਬਹਾਦਰ ਸ਼ਾਹ ਨੇ ਚਿੱਠੀ ਭੇਜੀ ਲਿਖ ਕੇ ਕਲਗੀਧਰ ਜੀ ਦੇ ਕੋਲ। ਤਿੰਨ ਖਾਨਨ ਪਰ ਕੁਪਿਓ ਮਹਾਨਾ। ਉਹਨਾਂ ਖਾਨਾਂ ਦੇ ਉੱਤੇ ਬਹਾਦਰ ਸ਼ਾਹ ਨੇ ਆਪਣਾ ਬੜਾ ਗੁੱਸਾ ਜ਼ਾਹਰ ਕੀਤਾ। ਇਹ ਖਾਨ ਜਿਨ੍ਹਾਂ ਦੇ ਸਾਥੀ ਸੀ, ਇਹ ਜਿਨ੍ਹਾਂ ਨਾਲ ਰਹਿ ਕੇ ਆਏ ਸਨ, ਉਹਨਾਂ ਸਾਰਿਆਂ ਦੇ ਉੱਤੇ ਬਹਾਦਰ ਸ਼ਾਹ ਨੇ ਆਪਣਾ ਗੁੱਸਾ ਪ੍ਰਗਟ ਕੀਤਾ। ਜੇ ਰਾਵਰ ਕੀ ਆਇਸ ਪਾਉ। ਕਹਿਣ ਲੱਗਾ, ਗੁਰੂ ਜੀ ਜੇ ਤੁਹਾਡੀ ਆਗਿਆ ਮਿਲ ਜੇ ਮੈਨੂੰ, ਜੇ ਤੁਸੀਂ ਮੈਨੂੰ ਆਗਿਆ ਦੇ ਦਿਓ, ਇਨ ਸਭ ਇਨ ਕੇ ਹੱਥ ਕਟਾਉ। ਮਹਾਰਾਜ, ਕਿਉਂਕਿ ਮੁਗਲ ਤੇ ਖਾਨ ਪਠਾਨ ਇਹਨਾਂ ਵਿੱਚ ਫਰਕ ਹੈ। ਇਹਨਾਂ ਦੀ ਲੜਾਈ ਹੋਈ, ਪਹਿਲਾਂ ਪਠਾਣਾ ਦਾ ਕਬਜ਼ਾ ਸੀ ਹਿੰਦੁਸਤਾਨ 'ਚ, ਮੁਗਲ ਆ ਕੇ ਬਾਬਰ ਦੇ ਸਮੇਂ ਕਾਬਜ ਹੋਏ। ਤੋ ਇਹਨੇ ਸੋਚਿਆ, ਕਹਿਣ ਲੱਗਾ ਜੀ ਇਹ ਇੱਕ ਗਲਤੀ ਨਾ ਪਠਾਣਾ ਨੇ ਦੋਵਾਂ ਨੇ ਕੀਤੀ ਹੈ, ਪਰ ਜੇ ਤੁਸੀਂ ਆਗਿਆ ਕਰੋ ਤੇ ਜਿੰਨੀ ਇਹਨਾਂ ਦੀ ਕੌਮ ਹੈ ਪਠਾਣਾ ਦੀ, ਮੈਂ ਇਹਨਾਂ ਨੂੰ ਫੜ ਕੇ ਨਾ ਸਾਰਿਆਂ ਦੇ ਹੱਥ ਵੱਢ ਦਿਆਂ, ਵੀ ਅੱਗੋਂ ਤੋਂ ਇਹ ਕਿਸੇ ਤੇ ਹਥਿਆਰ ਹੀ ਨਾ ਚਲਾ ਸਕਣ। ਇਹਨਾਂ ਸਾਰੇ ਪਠਾਣਾ ਦੇ ਹੱਥ ਵੱਢ ਦਿਆਂ ਜੇ ਤੁਸੀਂ ਆਗਿਆ ਕਰੋ। ਕੈ ਨੋਕਾ ਕੇ ਵਿੱਚ ਚੜਾਉ। ਜਾਂ ਫਿਰ ਇਹੋ ਜੀਆਂ ਕਿਸ਼ਤੀਆਂ ਤੇ ਬੇੜਿਆਂ ਤੇ ਚੜਾ ਕੇ ਇਹਨਾਂ ਨੂੰ ਬੰਨ ਕੇ ਜਲ ਗੰਭੀਰ ਮੈਂ ਸਬਨ ਡੁਬਾਉ। ਡੂੰਘੇ ਪਾਣੀ 'ਚ ਸਮੁੰਦਰ 'ਚ ਲਿਜਾ ਕੇ ਤੇ ਇਹਨਾਂ ਨੂੰ ਬੰਨ ਕੇ ਪਾਣੀ ਵਿੱਚ ਸੁੱਟ ਕੇ ਡੋਬ ਦਿਆਂ।
ਇਹਨਾਂ ਨੂੰ ਰੋੜਦੇ ਆ ਜਿਹੜੀ ਕਰਤੂਤ ਇਹਨਾਂ ਦੇ ਭਰਾਵਾਂ ਨੇ ਕੀਤੀ ਹੈ। ਸ਼੍ਰੀ ਗੁਰ ਟਿਗ ਆਇਓ ਪਠਵਾਇਓ। ਏਦਾਂ ਇੱਕ ਪਰ ਚਿੱਠੀ ਲਿਖ ਕੇ ਬਾਦਸ਼ਾਹ ਬਹਾਦਰ ਸ਼ਾਹ ਨੇ ਬੜੀ ਛੇਤੀ ਨਾਲ ਆਪਣੇ ਕਹਿਲਕਾਰ ਨੂੰ ਦੇ ਕੇ ਕਲਗੀਧਰ ਜੀ ਕੋਲ ਭੇਜਿਆ। ਕਿਰਪਾ ਕਰਤਈ ਹੁਕਮ ਅਲਾਇਓ। ਮਹਾਰਾਜ ਜੀ ਨੇ ਚਿੱਠੀ ਪੜ੍ਹੀ। ਪਾਤਸ਼ਾਹ ਨੇ ਤਾਂ ਕਿਰਪਾ ਹੀ ਕੀਤੀ ਮੇਰੇ ਸਾਹਿਬ ਨੇ। ਕਹਿੰਦੇ ਜਿਨ੍ਹਾਂ ਗਲਤੀ ਕੀਤੀ ਉਹਨਾਂ ਨੂੰ ਦੰਡ ਮਿਲ ਗਿਆ। ਸਤਿਗੁਰਾਂ ਦਾ ਮਨ ਰਹਿਮ ਨਾਲ ਦਇਆ ਨਾਲ ਭਰਿਆ ਹੋਇਆ, ਸਾਹਿਬ ਨੇ ਫਿਰ ਵੀ ਨਾ ਤੇ ਕਿਰਪਾ ਕੀਤੀ। ਇਹ ਸਭ ਕਾਰ ਹਮੋ ਕਰਵਾਈ। ਮਹਾਰਾਜ ਜੀ ਕਹਿੰਦੇ ਤਾਂ ਸਾਡਾ ਹੀ ਭਾਣਾ ਬਈ ਬਹਾਦਰ ਸ਼ਾਹ ਨੂੰ, ਕਿਉਂਕਿ ਮਹਾਰਾਜ ਜੀ ਦੀ ਜੋ ਕੁਝ ਹੁੰਦਾ ਸਾਹਿਬ ਦੇ ਭਾਣੇ 'ਚ ਹੁੰਦਾ ਨਾ। ਇਹ ਸਾਰਾ ਸੰਸਾਰ ਸਾਹਿਬ ਦੇ ਹੁਕਮ 'ਚ ਹੀ ਹੈ ਨਾ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਤਾਂ ਸਾਹਿਬ ਦੇ ਹੁਕਮ 'ਚ ਹੀ ਹੈ ਸਭ ਕੁਝ। ਮਹਾਰਾਜ ਕਹਿੰਦੇ ਸਾਡਾ ਹੀ ਹੁਕਮ ਵਰਤਿਆ ਹੈ। ਤਿਲ ਪਰ ਦੋਸ਼ ਨ ਇਨੋ ਕਦਾਈ। ਇਹਨਾਂ ਦਾ ਕੀ ਦੋਸ਼ ਹੈ? ਇਹ ਮੁਕਤ ਹੋਣ ਆਇਆ ਸੀ, ਸਾਡੇ ਕੋਲ ਮੁਕਤ ਹੋ ਗਿਆ। ਮੁਕਤੀ ਦੀ ਕਾਂਖਾ ਹੀ ਲੈ ਕੇ ਆਇਆ ਸੀ ਤੇ ਮੁਕਤ ਹੋ ਗਿਆ। ਇਹਨਾਂ ਦਾ ਕੀ ਦੋਸ਼ ਹੈ? ਲਿਖ ਉੱਤਰ ਭੇਜਿਓ ਤਤਕਾਲਾ। ਸਤਿਗੁਰਾਂ ਨੇ ਏਦਾਂ ਦਇਆ ਹੀ ਕੀਤੀ, ਕਿਰਪਾ ਹੀ ਕੀਤੀ। ਜਦੋਂ ਸਾਈਂ ਮੀਆਂ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਆਉਣ ਵਾਲੇ ਮਹੀਨੇ 'ਚ, ਸਾਈਂ ਮੀਆਂ ਮੀਰ ਨੇ ਕਿਹਾ ਨਾ ਮਹਾਰਾਜ ਹੁਕਮ ਕਰੋ, ਮੈਂ ਨਾ ਮਲੇਛਾਂ ਦਾ ਰਾਜ ਖਤਮ ਕਰ ਦਿਆਂ, ਚੰਦੂ ਦਾ ਘਰ ਗਰਕ ਕਰ ਦਿਆਂ, ਚੰਦੂ ਨੂੰ ਇਹਦੇ ਸਮੇਤ। ਮਹਾਰਾਜ ਜੀ ਕਹਿੰਦੇ ਇਹਦਾ ਕੀ ਕਸੂਰ ਹੈ? ਇਹ ਚੰਦੂ ਇਹ ਤਾਂ ਕਾਠ ਪੁਤਲੀ ਹੈ, ਰਜਾ ਤਾਂ ਪਰਮੇਸ਼ਰ ਦੀ ਵਰਤ ਰਹੀ ਹੈ, ਹੁਕਮ ਤਾਂ ਪਰਮੇਸ਼ਰ ਦਾ ਵਰਤ ਰਿਹਾ। ਤੇ ਸਾਹਿਬ ਨੇ ਉੱਥੇ ਬਚਨ ਕਹੇ ਤੇਰਾ ਕੀਆ ਮਿੱਠਾ ਲੱਗਾ। ਇੱਥੇ ਕਲਗੀਧਰ ਪਾਤਸ਼ਾਹ ਕਹਿੰਦੇ ਬਹਾਦਰ ਸ਼ਾਹ ਇਹ ਸਭ ਨਿਰੰਕਾਰ ਦਾ ਹੁਕਮ ਸੀ, ਉਹਦੇ ਹੁਕਮ 'ਚ ਵਰਤ ਗਿਆ ਜੋ ਵਰਤਣਾ ਸੀ। ਇਹਨਾਂ ਦਾ ਹੁਣ ਕੀ ਦੋਸ਼? ਇਹਨਾਂ ਦਾ ਤਾਂ ਤਿਲ ਮਾਤਰ ਵੀ ਦੋਸ਼ ਨਹੀਂ ਸਾਨੂੰ ਨਜ਼ਰ ਆਉਂਦਾ। ਬਹਾਦਰ ਸ਼ਾਹ ਨੂੰ ਇਸ ਤਰ੍ਹਾਂ ਮਹਾਰਾਜ ਜੀ ਨੇ ਚਿੱਠੀ ਲਿਖ ਕੇ ਭੇਜ ਦਿੱਤੀ। ਜੈ ਕੈ ਪਸਰਿਓ ਸੁਜਸ ਬਿਸਾਲਾ। ਸਤਿਗੁਰਾਂ ਦਾ ਇਹ ਦਿਆਲੂ ਸੁਭਾਅ ਸਭ ਪਾਸੇ ਪਸਰਿਆ। ਨਹੀਂ ਤਾਂ ਇਹ ਪਠਾਣਾਂ ਦੇ ਸਾਥੀ ਲੱਭਣੇ ਸੀ, ਪੜਤਾਲ ਕਰਕੇ ਵੀ ਕੌਣ ਸੀ, ਕਿੱਥੋਂ ਆਏ ਸੀ, ਕਿਹਦੇ ਭੇਜੇ ਹੋਏ, ਕਿੰਨੇ ਫੜਿੰਦੇ, ਕਿੰਨਿਆਂ ਨੂੰ ਸਜ਼ਾ ਮਿਲਦੀ, ਵੀ ਕਿੱਥੇ ਕਿੱਥੇ ਰਹਿ ਕੇ ਆਏ ਨੇ, ਕਿਹੜੇ ਕਿਹੜੇ ਘਰਾਂ ਵਾਲਿਆਂ ਨੇ ਇਹਨਾਂ ਦਾ ਸਾਥ ਦਿੱਤਾ। ਜੇ ਉਹ ਪੜਤਾਲਾਂ ਸਾਰੀਆਂ ਹੁੰਦੀਆਂ ਤੇ ਕਿੰਨੇ ਕਾਬੂ ਆਉਂਦੇ। ਪਰ ਸਤਿਗੁਰਾਂ ਨੇ ਦਇਆ ਕਰਕੇ ਸਭ ਨੂੰ ਬਖਸ਼ ਦਿੱਤਾ। ਇਹਦਾ ਸੁਜਸ ਮਹਾਰਾਜ ਜੀ ਦਾ ਫੈਲਿਆ ਸਾਰੇ ਸੰਸਾਰ 'ਚ ਕਿ ਕਲਗੀਧਰ ਜੀ ਦੀ ਸੋਭਾ। ਬਹਾਦਰ ਸ਼ਾਹ ਤਾਂ ਕਹਿੰਦਾ ਸੀ ਵੀ ਜਿੰਨੇ ਕਾਬੂ ਆ ਗਏ ਨਾ, ਫੜੇ ਗਏ, ਪਠਾਨ ਨਾਂ ਦੀ ਜਿੰਨੀ ਕੌਮ ਹੈ, ਮੈਂ ਇਹਨਾਂ ਦੇ ਸਾਰਿਆਂ ਦੇ ਹੱਥ ਵੱਢ ਦਿਆਂ ਜਾਂ ਮਾਰ ਹੀ ਦਿਆਂ ਇਹਨਾਂ ਨੂੰ, ਜੇ ਆਗਿਆ ਕਰ ਦੇਣ ਸਤਿਗੁਰੂ। ਪਰ ਸਤਿਗੁਰਾਂ ਨੇ ਫਿਰ ਤਰਸ ਕੀਤਾ, ਦਇਆ ਕੀਤੀ, ਤੋ ਸਤਿਗੁਰਾਂ ਦੇ ਇਸ ਦਿਆਲੂ ਸੁਭਾਅ ਦੀ ਮਹਿਮਾ ਸਾਰੇ ਪਾਸੇ ਪਸਰੀ। ਸਤਿਗੁਰ ਖੋਟਨ ਪਰ ਉਪਕਾਰੀ। ਸਤਿਗੁਰੂ ਜੀ ਐਸੇ ਨੇ, ਇਹ ਮਹਿਮਾ ਪਸਰੀ ਮਹਾਰਾਜ ਜੀ ਦੀ। ਲੋਕ ਕਹਿ ਰਹੇ ਨੇ, ਪਠਾਣਾ ਦੇ ਮੂੰਹੋਂ ਨਿਕਲ ਰਹੇ ਨੇ ਬੋਲ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਖੋਟਿਆਂ ਤੇ ਵੀ ਪਰਉਪਕਾਰ ਕਰਦੇ। ਜਿਹੜੇ ਖੋਟੇ ਨੇ ਉਹਨਾਂ ਖੋਟਿਆਂ ਦੇ ਉੱਤੇ ਵੀ ਉਪਕਾਰੀ ਨੇ। ਸਤਿਗੁਰੂ ਉਹਨਾਂ ਤੇ ਵੀ ਉਪਕਾਰ ਕਰਦੇ ਹਨ। ਮਹਾ ਕਿਰਪਾਲ ਧੀਰ ਧਰ ਪਾਰੀ। ਮਹਾਨ ਕਿਰਪਾਲੂ ਨੇ ਸਤਿਗੁਰੂ, ਮਹਾਨ ਧੀਰਜ ਨੂੰ ਧਾਰਨ ਕਰਨ ਵਾਲੇ। ਧੀਰਜ ਦਾ ਏਦਾਂ ਕਹਿ ਸਕਦੇ ਆ ਵੀ ਸਾਰੇ ਸੰਸਾਰ ਦੇ ਵਿੱਚ ਜਿਹੜਾ ਧੀਰਜ ਹੈ ਨਾ, ਤੇ ਕਲਗੀਧਰ ਪਾਤਸ਼ਾਹ ਵਿੱਚ ਜਿਹੜਾ ਧੀਰਜ ਹੈ, ਉਹ ਪੂਰੇ ਸੰਸਾਰ ਦਾ ਧੀਰਜ ਇੱਕ ਪਾਸੇ, ਤੇ ਕਲਗੀਧਰ ਦੇ ਅੰਦਰ ਬਖਸ਼ੇ ਪ੍ਰਮਾਤਮਾ ਦਾ ਜਿਹੜਾ ਦਿੱਤਾ ਧੀਰਜ ਹੈ, ਉਹਦਾ ਇੱਕ ਕਿਣਕਾ ਮਾਤਰ ਕਹਿ ਸਕਦੇ ਹਾਂ। ਜਾਂ ਇਸ ਤਰ੍ਹਾਂ ਕਹਿ ਲਈਏ ਕਿ ਧਰਤੀ ਦੇ ਵਿੱਚ ਸਭ ਤੋਂ ਵੱਧ ਧੀਰਜ ਮੰਨਿਆ। ਧਰਤੀ ਤੋਂ ਵੱਧ ਧੀਰਜ ਨਹੀਂ ਕਿਸੇ 'ਚ। ਇੰਨਾ ਧੀਰਜ ਹੈ ਧਰਤੀ ਦੇ ਵਿੱਚ, ਤਾਂ ਹੀ ਇਹਨੂੰ ਧਰਣੀ ਕਹਿੰਦੇ ਆ, ਧੀਰਜ ਵਾਲੀ। ਪਰ ਸਾਹਿਬ ਦੇ ਅੰਦਰ ਧੀਰਜ ਵੇਖ ਕੇ ਏਦਾਂ ਜਾਪਦਾ ਹੈ ਕਿ ਧਰਤੀ ਨੂੰ ਵੀ ਧੀਰਜ ਰੱਖਣ ਦੀ ਜਾਚ ਸਤਿਗੁਰੂ ਕਲਗੀਧਰ ਸਿਖਾਉਂਦੇ ਆ। ਕਹਿੰਦੇ ਆ ਧਰਣੀ ਏਦਾਂ ਧੀਰਜ ਰੱਖੀਦਾ। ਹਾਂਜੀ।
ਹੁਤੇ ਜਰਾਓ ਸੁਮਤ ਪਾਤਸ਼ਾਹੀ। ਜਿਹੜੇ ਉਹ ਬਾਦਸ਼ਾਹ ਵੱਲੋਂ ਭੇਜੇ ਹੋਏ ਜਰਾ ਆਏ ਸੀ ਨਾ, ਡਾਕਟਰ ਆਏ ਸੀ, ਉਹ ਬੜੇ ਸਿਆਣੇ ਸਨ। ਬਕਾਇਦਾ ਉਹਨਾਂ ਦੀ ਇਸ ਵਿਸ਼ੇ ਦੇ ਉੱਤੇ ਚੰਗੀ ਪਕੜ ਸੀ ਵੀ ਜ਼ਖਮਾਂ ਦਾ ਇਲਾਜ ਕਿਵੇਂ ਕਰਨਾ, ਕਿਹੜੀ ਕਿਹੜੀ ਦਵਾਈ ਮਲਮ ਪੱਟੀ ਉਹਦੇ ਤੇ ਕਰਨੀ ਹੈ। ਉਹ ਪੂਰਨ ਤੌਰ ਤੇ ਆਪਣੀ ਇਸ ਵਿਦਿਆ ਵਿੱਚ ਨਿਪੁੰਨ ਸਨ। ਕਰ ਉਪਚਾਰ ਤੇਰੇ ਪ੍ਰਭ ਪਾਈ। ਉਹ ਜਿੰਨੇ ਦਿਨ ਉਹਨਾਂ ਨੂੰ ਇਹ ਹਦਾਇਤ ਸੀ ਵੀ ਜਦੋਂ ਤੱਕ ਮਹਾਰਾਜ ਜੀ ਦਾ ਜ਼ਖਮ ਰਾਜੀ ਨਹੀਂ ਹੋ ਜਾਂਦਾ ਤੁਸੀਂ ਉੱਥੇ ਰਹਿਣਾ, ਰੋਜ਼ ਮਲਮ ਪੱਟੀ ਕਰਨੀ। ਇਹ ਉਹਨੇ ਦਿਨ ਸਤਿਗੁਰਾਂ ਦੇ ਕੋਲ ਹੀ ਰਹੇ, ਨਾਲ ਰੋਜ਼ ਮਲਮ ਪੱਟੀ ਕਰਦੇ ਨੇ, ਰੋਜ਼ ਜ਼ਖਮ ਚੈੱਕ ਕਰਦੇ ਨੇ ਔਰ ਸਤਿਗੁਰਾਂ ਦੇ ਕੋਲ ਹੀ ਰਹਿੰਦੇ ਹਨ। ਐਸੋ ਮਲਮ ਕਰਿਓ ਲਗਾਇਓ। ਇਹਨਾਂ ਨੇ ਕੋਈ ਇਹੋ ਜਿਹਾ ਵਧੀਆ ਮਲਮ ਬਣਾਇਆ, ਕੋਈ ਇਹੋ ਜਿਹੀ ਵਧੀਆ ਮਲਮ ਤਿਆਰ ਕੀਤੀ। ਤੂਰਨ ਜ਼ਖਮ ਮੇਲੋਏ ਆਇਓ। ਇੰਨੀ ਵਧੀਆ ਮਲਮ ਸੀ ਕਿ ਬਾਹਰੋਂ ਇੱਕਦਮ ਜ਼ਖਮ ਛੇਤੀ ਮਿਲ ਗਿਆ, ਇੱਕਦਮ ਉੱਪਰਲੇ ਪਾਸੋਂ ਜ਼ਖਮ ਜਿਹੜਾ ਸੀ ਉਹ ਮਿਚ ਗਿਆ। 15 ਦਿਵਸਨ ਮੈਂ ਕਰਨੀਕਾ। ਤੇ ਜਿਹੜੇ ਉੱਤੇ ਲੱਗੇ ਟਾਂਕੇ ਸਨ ਉਹ ਇਹਨਾਂ ਨੇ ਖੋਲ ਦਿੱਤੇ। ਜ਼ਖਮ ਉੱਪਰੋਂ ਬਿਲਕੁਲ, ਪਰ ਅੰਦਰੋਂ ਅੱਲਾ ਸੀ ਹਾਲੇ ਜ਼ਖਮ, ਪਰ ਬਾਹਰੋਂ ਬਿਲਕੁਲ ਸਾਫ਼ ਹੋ ਗਿਆ। ਏਦਾਂ 15 ਦਿਨਾਂ ਦੇ ਵਿੱਚ ਮਹਾਰਾਜ ਜੀ ਦਾ ਜ਼ਖਮ ਬਾਹਰੋਂ ਰਾਜੀ ਹੋ ਗਿਆ। ਮੱਜਨ ਕਰਵਾਇਓ ਗੁਰ ਜੀ ਕਾ। ਅੱਗੇ ਕੁਝ ਦਿਨ ਉਹ ਜ਼ਖਮ ਨੂੰ ਬਚਾ ਕੇ ਇਸ਼ਨਾਨ ਪਾਨ ਕਰਦੇ ਸੀ ਵੀ ਪਾਣੀ ਨਾ ਪਵੇ ਜ਼ਖਮ ਦੇ ਉੱਤੇ। ਤੇ ਜਦੋਂ 15 ਦਿਨ ਬੀਤ ਗਏ ਉਸ ਦਿਨ ਮਹਾਰਾਜ ਜੀ ਨੇ ਸੰਪੂਰਨ ਇਸ਼ਨਾਨ ਬੜੇ ਸੋਹਣੇ ਢੰਗ ਨਾਲ, ਅੱਜ ਜਰਾਹਾਂ ਨੇ ਕਹਿ ਦਿੱਤਾ ਮਹਾਰਾਜ ਅੱਜ ਪੂਰਾ ਜਲ ਵਰਤੋ ਆਪ ਜੀ, ਇਹ ਜ਼ਖਮ ਵੀ ਭਿੱਜ ਜਾਏ ਕੋਈ ਗੱਲ ਨਹੀਂ, ਹੁਣ ਬਾਹਰੋਂ ਰਾਜੀ ਹੋ ਗਿਆ। ਤੋ ਮਹਾਰਾਜ ਜੀ ਨੇ ਅੱਜ ਇਸ਼ਨਾਨ ਪਾਨ ਕੀਤਾ। ਕੋਸ਼ਿਸ਼ ਨਹੀਂ ਪੈਰ ਕਰ ਬੈਸੇ। ਪੁਸ਼ਾਕ ਲਿਆਂਦੀ ਸੇਵਾਦਾਰਾਂ ਨੇ, ਨਵੀਂ ਪੁਸ਼ਾਕ ਮੇਰੇ ਸਾਹਿਬ ਨੇ ਆਪਣੇ ਤਨ ਤੇ ਧਾਰਨ ਕੀਤੀ ਤੇ ਸਜ ਗਏ। ਦਿਓ ਦਰਸ ਬਰ ਪੂਰਬ ਜੈਸੇ। ਸਾਰੇ ਸਿੰਘਾਂ ਨੂੰ ਅੱਜ 15 ਦਿਨਾਂ ਬਾਅਦ ਮਹਾਰਾਜ ਜੀ ਜਿਵੇਂ ਪਹਿਲਾਂ ਦਰਸ਼ਨ ਦਿੰਦੇ ਸੀ ਨਾ ਸੋਹਣੇ ਢੰਗ ਨਾਲ, ਅੱਜ ਬਹਿ ਕੇ, ਕਿਉਂਕਿ 15 ਦਿਨ ਦੌਰਾਨ ਮਹਾਰਾਜ ਜੀ ਆਸਣ ਤੇ ਹੀ ਰਹੇ, ਹਿੱਲਣ ਜੁੱਲਣ ਤੋਂ ਜਰਾ ਰੋਕਦੇ ਸਨ, ਜ਼ਖਮ ਵੱਡਾ ਸੀ। ਅੱਜ ਸਤਿਗੁਰਾਂ ਨੇ ਪਹਿਲਾਂ ਵਾਂਗੂ ਖੁੱਲੇ ਦਰਸ਼ਨ ਸਿੰਘਾਂ ਨੂੰ ਦਿੱਤੇ। ਅਖਿਲ ਖਾਲਸਾ ਚੱਲ ਕਰ ਆਇਓ। ਮਹਾਰਾਜ ਜੀ ਦਾ ਸਾਰਾ ਖਾਲਸਾ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਉਮੜਾਇਆ। ਸੀਸ ਨਿਵਾਏ ਆਨੰਦ ਕੋ ਪਾਇਓ। ਉਹ ਚਰਨਾਂ 'ਚ ਸੀਸ ਨਿਵਾ ਕੇ ਸਾਰਿਆਂ ਦੇ ਹਿਰਦਿਆਂ 'ਚ ਆਨੰਦ ਬਣ ਗਿਆ, ਸਾਰਿਆਂ ਦੇ ਹਿਰਦਿਆਂ ਵਿੱਚ ਖੇੜਾ ਖਿੜ ਗਿਆ। ਅਖਿਲ ਲੋਕ ਸੁਨ ਸੁਨ ਸੁਧ ਨੀਕੇ। ਜਿੰਨੇ ਇਲਾਕੇ ਦੇ ਲੋਕ ਮਹਾਰਾਜ ਜੀ ਦੇ ਦਰਸ਼ਨਾਂ ਦੇ ਅਭਿਲਾਖੀ ਸਨ, ਜਦੋਂ ਉਹਨਾਂ ਸੁਣਿਆ ਕਲਗੀਧਰ ਜੀ ਦਾ ਦਰਬਾਰ ਸਜ ਗਿਆ, ਅੱਜ ਦਰਸ਼ਨ ਦੇ ਰਹੇ ਨੇ, ਉਹ ਵੀ ਸਾਰੇ ਆ ਪਹੁੰਚੇ ਦਰਸ਼ਨਾਂ ਨੂੰ। ਪਹੁੰਚੇ ਨਿਕਟ ਪੁੰਜ ਪ੍ਰਭ ਜੀ ਕੇ। ਕਹਿੰਦੇ ਪੁੰਜਾਂ ਦੇ ਪੁੰਜ, ਸਮੂਹਾਂ ਦੇ ਸਮੂਹ ਇਕੱਠੇ ਹੋ ਕੇ ਗੁਰੂ ਦਰਸ਼ਨਾਂ ਨੂੰ ਹਾਜ਼ਰ ਹੋਏ। ਪੰਚਾਮ੍ਰਿਤ ਅਦ ਕੈ ਕਰਵਾਇਓ। ਗੁਰੂ ਸਾਹਿਬ ਦੇ ਹੁਕਮ ਨਾਲ ਅੱਜ ਖੁੱਲੀਆਂ ਦੇਗਾਂ ਕੜਾਹ ਪ੍ਰਸ਼ਾਦ ਦੀਆਂ ਤਿਆਰ ਕਰਵਾਈਆਂ। ਸੰਗਤ ਵੀ ਵੱਧ ਆਈ ਸੀ, ਇੱਕ ਸ਼ੁਕਰਾਨੇ ਕਰਨੇ ਸਨ ਸਾਹਿਬ ਦੇ, ਤੋ ਖੁੱਲੀਆਂ ਦੇਗਾਂ ਕੜਾਹ ਪ੍ਰਸ਼ਾਦ ਦੀਆਂ ਪੰਚਾਮ੍ਰਿਤ ਦੀਆਂ ਤਿਆਰ ਹੋਈਆਂ। ਉਤਸਵ ਦੀਰਘ ਸਭ ਮੈਂ ਛਾਇਓ। ਜਿਵੇਂ ਕੋਈ ਬੜਾ ਵੱਡਾ ਖੁਸ਼ੀ ਦਾ ਸਮਾਗਮ ਹੁੰਦਾ, ਅੱਜ ਏਦਾਂ ਖੁਸ਼ੀ ਦੇ ਸਮਾਗਮ ਹੋ ਰਹੇ ਨੇ। 15 ਦਿਨਾਂ ਬਾਅਦ ਮਹਾਰਾਜ ਜੀ ਸੇ ਦਰਸ਼ਨ ਦਿੱਤੇ ਆ ਸਿੰਘਾਂ ਨੂੰ, ਖੁੱਲੇ ਦਰਬਾਰ ਸਜੇ ਆ ਸਤਿਗੁਰਾਂ ਦੇ। ਤੋ ਸਿੰਘਾਂ ਦੇ ਵਿੱਚ ਕਹਿੰਦੇ ਬੜੀ ਵੱਡੀ ਸ਼ਾਦੀ ਦਾ ਮਾਹੌਲ ਬਣਿਆ ਹੋਇਆ ਹੈ। ਦਰਬ ਬ੍ਰਿੰਦ ਸਿਰੋਂ ਪਾਓ ਬਿਸਾਲੇ। ਮਹਾਰਾਜ ਜੀ ਨੇ ਖੁੱਲੇ ਸਿਰੇ ਪਾਓ ਬਖਸ਼ੇ, ਖਜ਼ਾਨਾ ਮੰਗਾਇਆ, ਮਾਇਆ ਮੰਗਾਈ। ਹੁਕਮ ਕਰਿਓ ਲਿਆਏ ਤਤਕਾਲੇ। ਹੁਕਮ ਕੀਤਾ ਜਾਓ ਸੋਹਣੇ ਸਿਰੇ ਪਾਓ ਲਿਆਓ ਭਾਈ, ਮਾਇਆ ਲਿਆਓ ਖਜ਼ਾਨੇ ਚੋਂ ਖੁੱਲੇ ਗੱਫੇ। ਬਖਸ਼ੇ ਤਬੇ ਜ਼ਰਾਹਨ ਤਾਈ। ਉਹ ਜਿਹੜੇ 2 ਡਾਕਟਰ ਆਏ ਸੀ ਨਾ ਅੰਗਰੇਜ਼ ਜਰਾਸਾਂ ਨੇ, ਉਹਨਾਂ ਨੂੰ ਬੁਲਾ ਕੇ ਮਹਾਰਾਜ ਜੀ ਦੇ ਮਾਇਆ ਦੇ ਗੱਫੇ ਉਹਨਾਂ ਨੂੰ ਖੁੱਲੇ ਦਿੱਤੇ। ਫਿਰ ਉਹਨਾਂ ਨੂੰ ਸਿਰੇ ਪਾਓ ਦਿੱਤੇ ਕਿ ਤੁਹਾਡੀ ਸੇਵਾ ਜਿਹੜੀ ਥਾਂ ਪਈ ਆ ਭਾਈ, ਉਹਨਾਂ ਦਾ ਸਤਿਕਾਰ ਕੀਤਾ। ਲੇਕਰ ਬੋਤ ਰਹੇ ਹਰ ਖਾਈ। ਮਹਾਰਾਜ ਜੀ ਕੋਲੋਂ ਖੁੱਲੇ ਗੱਫੇ ਪ੍ਰਾਪਤ ਕਰਕੇ ਮਾਣ ਸਤਿਕਾਰ ਲੈ ਕੇ ਇਹ ਦੋਵੇਂ ਜਰਾ ਬੜੇ ਖੁਸ਼ ਹੋਏ, ਪ੍ਰਸੰਨ ਹੋਏ। ਸੁਜਾਸੇ ਉਚਾਰਨ ਕਰਤ ਬਿਸਾਲੇ। ਔਰ ਸਤਿਗੁਰਾਂ ਦਾ ਸੁਜਸ ਕਰਦੇ ਜਾਂਦੇ ਨੇ, ਸਤਿਗੁਰਾਂ ਦੀ ਵਡਿਆਈ ਤੇ ਮਹਿਮਾ ਕਰਦੇ ਜਾਂਦੇ ਹਨ। ਸ਼੍ਰੀ ਕੈਨ ਹਜ਼ਰਤ ਟਿਗ ਚਾਲੇ। ਇਹ ਬਾਦਸ਼ਾਹ ਦੇ ਕੋਲ ਗਏ ਪਹਿਲਾਂ ਸਾਰੀ ਖਬਰ ਦੇਣ ਵਾਸਤੇ
ਕਿ ਕਲਗੀਧਰ ਜੀ ਦੇ ਬਾਰੇ ਵੀ ਉਹਨਾਂ ਦਾ ਜ਼ਖਮ ਕਿਵੇਂ ਆ। ਹੁਣ ਇਹ ਪਹਿਲਾਂ ਆਪਣੇ ਬਾਦਸ਼ਾਹ ਦੇ ਕੋਲ ਖਬਰ ਦੇਣ ਲਈ ਪਹੁੰਚੇ। ਮਿਲੇ ਜਾਏ ਸੁਧ ਅਖਿਲ ਸੁਨਾਈ, ਜਾ ਕੇ ਬਾਦਸ਼ਾਹ ਬਹਾਦਰ ਸ਼ਾਹ ਨੂੰ ਮਿਲ ਕੇ ਮਹਾਰਾਜ ਜੀ ਦੀ ਖਬਰ ਸਾਰ ਇਹਨਾਂ ਨੇ ਦੱਸੀ। ਤਨ ਗਨ ਦੀਨਸ ਹਮੇ ਅਰਖਾਈ, ਨਾਲੇ ਵੀ ਦੱਸਿਆ ਬਾਦਸ਼ਾਹ ਗੁਰੂ ਸਾਹਿਬ ਤਾਂ ਬੜੇ ਦਿਆਲੂ ਉਦਾਰ ਨੇ, ਉਹਨਾਂ ਤਾਂ ਸਾਨੂੰ ਮਾਇਆ ਦੇ ਖੁੱਲੇ ਗੱਫੇ ਬਖਸ਼ੇ ਹਨ। ਪੁਨ ਗਮ ਨੇ ਦਿੱਲੀ ਸੋ ਜਰਾਉ, ਏਦਾਂ ਬਹਾਦਰ ਸ਼ਾਹ ਨੂੰ ਦੱਸ ਕੇ ਤੇ ਉਹ ਜਰਾ ਜਿਹੜੇ ਸਨ ਉਹਨਾਂ ਦਾ ਕੋਈ ਦਿੱਲੀ ਕਾਰਜ ਸੀ, ਉਹ ਫਿਰ ਦਿੱਲੀ ਨੂੰ ਰਵਾਨਾ ਹੋ ਗਏ। ਗਇਓ ਸੋ ਜਸ ਸਗਰੋ ਪੁਰ ਮਾਉ, ਦਿੱਲੀ ਜਾਂਦਿਆਂ ਵੀ ਰਸਤੇ 'ਚ ਜਿਹੜੇ ਨਗਰ ਗ੍ਰਾਮ 'ਚ ਠਹਿਰਦੇ ਨੇ, ਕੋਈ ਦਿਨ ਐਸਾ ਨਹੀਂ ਹੁੰਦਾ ਜਿਸ ਦਿਨ ਉਹ ਕਲਗੀਧਰ ਦੀ ਸਿਫਤ ਨਹੀਂ ਕਰਦੇ। ਮਹਾਰਾਜ ਜੀ ਤੋਂ ਇੰਨੇ ਪ੍ਰਭਾਵਿਤ ਹੋਏ ਹੋ ਸਤਿਗੁਰਾਂ ਦੇ ਦਰਸ਼ਨ ਕਰਕੇ ਵੀ ਦਿੱਲੀ ਜਾਂਦਿਆਂ ਹੁਣ ਕਿੰਨਾ ਸਮਾਂ ਲੱਗਾ ਹੋਵੇਗਾ ਉਦੋਂ, ਤੇ ਰਸਤੇ ਵਿੱਚ ਜਦੋਂ ਜਾਂਦੇ ਕਿਤੇ ਠਹਿਰਦੇ, ਕੋਈ ਦਿਨ ਐਸਾ ਨਹੀਂ ਹੁੰਦਾ ਜਿਸ ਦਿਨ ਕਲਗੀਧਰ ਦਾ ਨਾਂ ਨਾ ਲੈਣ। ਦਸਵੇਂ ਪਾਤਸ਼ਾਹ ਜੀ ਦੀਆਂ ਸਿਫਤਾਂ ਕਰਦੇ ਜਾ ਰਹੇ ਨੇ। ਇਮ ਸਤਿਗੁਰ ਹੋਏਗੇ ਸਾਵਧਾਨਾ, ਇਸ ਤਰ੍ਹਾਂ ਇੱਧਰ ਸਤਿਗੁਰੂ ਸੱਚੇ ਪਾਤਸ਼ਾਹ 15 ਕੁ ਦਿਨਾਂ ਚ ਮੁੜ ਕੇ ਸਾਵਧਾਨ ਹੋ ਗਏ। ਦਿਨ ਖੋੜ ਸਮੋ ਚੜਿਓ ਜਹਾਨਾ, ਤੇ ਖੋੜ ਸਮੋ ਯਾਨੀ ਕਿ 16ਵਾਂ ਦਿਨ ਹੋਇਆ, ਜਿਸ ਤੋਂ ਜਦੋਂ ਮਹਾਰਾਜ ਜੀ ਦੇ ਕਟਾਰ ਵੱਜੀ ਉਸ ਤੋਂ ਗਿਣਤੀ ਕਰਕੇ 16ਵਾਂ ਦਿਨ ਚੜਿਆ। ਹੁਤੀ ਪ੍ਰਭਾਤ ਸਭਾ ਮੈਂ ਬੈਸੇ, ਪ੍ਰਭਾਤ ਦਾ ਵੇਲਾ ਸੀ ਤੇ ਸਤਿਗੁਰੂ ਜੀ ਸਭਾ ਦੇ ਵਿੱਚ ਬੈਠੇ, ਦੀਵਾਨ ਵਿੱਚ ਬੈਠੇ ਦਰਸ਼ਨ ਦੇ ਰਹੇ ਨੇ। ਸ਼ੋਭਤ ਹੈ ਕੁਬੇਰ ਭਰ ਜੈਸੇ, ਇਸ ਤਰ੍ਹਾਂ ਸ਼ੋਭ ਰਹੇ ਨੇ ਜਿਵੇਂ ਧਨ ਦਾ ਦੇਵਤਾ ਕੁਬੇਰ ਸ਼ੋਭਦਾ ਹੈ। ਪੁਰਾਣਕ ਮਤ ਦੇ ਅਨੁਸਾਰ ਦੁਨੀਆ ਦਾ ਜਿੰਨਾ ਧਨ ਹੈ ਉਹਦਾ ਦੇਵਤਾ ਕੁਬੇਰ ਦੇਵ ਨੂੰ ਮੰਨਿਆ, ਤੇ ਕਹਿੰਦੇ ਧਨ ਦਾ ਹੁਣ ਧਨ ਕਰਕੇ ਕਿੰਨੀ ਸ਼ੋਭਾ, ਤੇ ਧਨ ਦਾ ਦੇਵਤਾ ਉਹਦੀ ਕਿੰਨੀ ਸ਼ੋਭਾ ਹੋਣੀ। ਕਹਿੰਦੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਇਹ ਉਦਾਹਰਣ ਦੇ ਰਹੇ ਨੇ ਕੁਬੇਰ ਦੀ। ਐਸਾ ਨਹੀਂ ਵੀ ਗੁਰੂ ਸਾਹਿਬ ਨੂੰ ਕੁਬੇਰ ਕਹਿ ਰਹੇ ਨੇ, ਕੁਬੇਰ ਦਾ ਉਦਾਹਰਣ ਵੀ ਜਿਵੇਂ ਉਹ ਸ਼ੋਭਦਾ ਆਪਣੀ ਸਭਾ 'ਚ ਬੈਠਾ, ਏਦਾਂ ਸਾਹਿਬ ਗੁਰੂ ਕਲਗੀਧਰ ਜੀ ਆਪਣੀ ਸਭਾ 'ਚ ਬੈਠੇ ਸਿੰਘਾਂ ਵਿੱਚ ਬੈਠੇ ਸ਼ੋਭਨੀਕ ਹੋ ਰਹੇ ਨੇ। ਤੇ ਧਨ ਦਾ ਦੇਵਤਾ ਕੁਬੇਰ ਵੀ ਲਜਾਏਮਾਨ ਹੋ ਰਿਹਾ, ਸ਼ਰਮਿੰਦਾ ਹੋ ਰਿਹਾ ਕਿ ਸਤਿਗੁਰਾਂ ਦੇ ਦਰਬਾਰ ਦੀ ਸ਼ੋਭਾ ਅੱਗੇ ਮੇਰੇ ਦਰਬਾਰ ਦੀ ਸ਼ੋਭਾ ਫਿੱਕੀ ਹੈ। ਉਹ ਵੀ ਲਜਾਏਮਾਨ ਹੋ ਰਿਹਾ ਹੈ। ਨਵ ਟੰਕਨ ਕੇ ਤਨੁਖ ਵਿਸਾਲੇ, ਕਿ 9 ਟੰਕਾਂ ਦੇ ਜਿਹੜੇ ਤਨਖ, 9 ਟੰਕਾ ਤਨਖ, 9 ਮਣ ਦੋਹਾਂ ਛੜਾਂ ਦੇ ਸਿਰਿਆਂ ਤੇ ਬੰਨ ਕੇ ਵਜਨ, ਉਸ ਛੜ ਨੂੰ ਥੋੜਾ ਜਿਹਾ ਲਫਾਣਾ ਤੇ ਫਿਰ ਉਹਦੇ ਤੇ ਤੰਦੀ ਚਾੜਦੇ, ਉਹਨੂੰ 9 ਟੰਕਾ ਤਨਖ ਕਹਿੰਦੇ। ਵੀ 9 ਮਣ ਵਜਨ ਨਾਲ ਜਿਹੜਾ ਖਿੱਚਿਆ ਜਾਵੇ ਥੋੜਾ ਜਿਹਾ, ਫਿਰ ਬਾਹਾਂ ਦੇ ਵਿੱਚ ਕਿੰਨਾ ਬਲ ਹੋਵੇਗਾ, ਫਿਰ ਉਹਨੂੰ ਕੰਨਾਂ ਤੱਕ ਖਿੱਚਦੇ ਸਤਿਗੁਰੂ ਜੀ। ਤੇ ਇੱਥੋਂ ਅੰਦਾਜ਼ਾ ਲੱਗ ਜਾਂਦਾ ਮੇਰੇ ਸਾਹਿਬ ਅਜਾਨ ਬਾਹੋ ਹਨ, ਅਜਾਨ ਬਾਹੋ। ਤੋ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ 9 ਟੰਕਾਂ ਦੇ ਜਿਹੜੇ 2 ਤਨਖ ਹਨ। ਆਨੇ ਕਾਰੀਗਰ ਤਿਸ ਕਾਲੇ, ਇੱਕ ਕਾਰੀਗਰ ਲਿਆਇਆ ਬਣਾ ਕੇ। 9 ਟੰਕਾਂ ਦੇ ਉਹ ਤਨਖ ਨੇ, 9 ਟੰਕੇ ਬੜੇ ਮਜ਼ਬੂਤ, ਉਹ ਚੁੱਕਣ ਵਿੱਚ ਵੀ ਬੜੇ ਵਜਨ ਵਾਲੇ ਨੇ ਤੇ ਬੜੇ ਸੋਹਣੇ ਬਣੇ ਹੋਏ, ਵੀ ਆਮ ਬੰਦਾ ਤੋਂ ਉਹਨੂੰ ਚੁੱਕ ਹੀ ਨਾ ਸਕੇ, ਚਲਾਣਾ ਤਾਂ ਕਿਤੇ ਰਿਹਾ। ਬੜਾ ਬਲ ਸੀ ਉਹਨਾਂ ਦਾ, ਵਜਨ ਵੀ ਚੰਗਾ ਸੀ ਤੇ ਲਿਖਦੇ ਵੀ ਚੰਗੇ ਸਨ। ਲਿਫਾਉਣ ਵਾਸਤੇ ਬਲ ਚਾਹੀਦਾ ਸੀ ਪੂਰਾ, ਏਡੀ ਮੋਟੀ ਛੜ ਸੀ ਉਹਦੀ। ਉਹ 2 ਤਨਖ ਕਾਰੀਗਰ ਬੜੇ ਸੁੰਦਰ ਰਚ ਕੇ ਸਤਿਗੁਰਾਂ ਦੇ ਕੋਲ ਲੈ ਕੇ ਆਏ। ਹੀਰਤ ਗੁਰੂ ਹਰਖ ਕੋ ਪਾਇਓ, ਮਹਾਰਾਜ ਜੀ ਨੇ ਤਨਖ ਵੇਖੇ ਦੋਵੇਂ ਤੇ ਬੜੇ ਖੁਸ਼ ਹੋਏ। ਕਹਿੰਦੇ ਕਾਰੀਗਰਾਂ ਨੂੰ, ਕਹਿੰਦੇ ਬਈ ਸ਼ਾਬਾਸ਼, ਕਮਾਲ ਕਰ ਦਿੱਤੀ, ਬੜੇ ਕਮਾਲ ਦੇ ਤਨਖ ਲਿਆਇਓ, ਵਾਕਈ ਸਾਡੇ ਲਾਇਕ ਹਨ। ਦੀਰਗ ਦਰਬ ਇਨਾਮ ਦਿਵਾਇਓ, ਮਹਾਰਾਜ ਜੀ ਨੇ ਉਹਨਾਂ ਤਨਖਾਂ ਦਾ ਜਿਹੜਾ ਮੁੱਲ ਸੀ ਉਹਨਾਂ ਕਾਰੀਗਰਾਂ ਨੇ ਦੱਸਿਆ, ਉਹ ਮੁੱਲ ਉਹਨਾਂ ਨੂੰ ਦਿੱਤਾ। ਉਹਦੇ ਤੋਂ ਇਲਾਵਾ ਇਨਾਮ ਦਿੱਤਾ ਵੀ ਤੁਸੀਂ ਤਨਖ ਬੜੇ ਸੁੰਦਰ ਲਿਆਇਓ ਬਣਾ ਕੇ, ਉਹਦਾ ਇਨਾਮ ਵੀ ਦਿੱਤਾ ਸਤਿਗੁਰੂ ਜੀ ਨੇ। ਸਰਬ ਸ਼ਸਤਰ ਨਿਤ ਨਿਕਟ ਰਖਾਵਤ, ਉਹ ਤਨਖ ਮਹਾਰਾਜ ਜੀ ਦੇ ਕੋਲ ਰਖਾ ਲਏ। ਬਾਕੀ ਵੀ ਜਿਹੜੇ ਸਤਿਗੁਰਾਂ ਦੇ ਸ਼ਸਤਰ ਸਨ, ਚਾਹੇ ਉਹਦਾ ਗਾਤਰੇ ਦੀ ਤਲਵਾਰ ਹੈ, ਪੱਥਾ ਤੀਰਾਂ ਦਾ, ਕਟਾਰ, ਹੋਰ ਬਹੁਤ ਸ਼ਸਤਰ, ਬੰਦੂਕ, ਛੋਟਾ ਤਮੰਚਾ ਮਹਾਰਾਜ ਜੀ ਕਮਰ ਕੱਸੇ ਰੱਖਦੇ,
ਉਹ ਸਾਰੇ ਸ਼ਸਤਰ ਮਹਾਰਾਜ ਜੀ ਆਪਣੇ ਨੇੜੇ ਰਖਾਉਂਦੇ ਸਨ ਰੋਜ਼। ਪੁਸ਼ਪ ਧੂਪ ਚੰਦਨ ਚਰਚਾਵਤ। ਤੇ ਸਤਿਗੁਰਾਂ ਦਾ ਆਸਣ ਹੁੰਦਾ ਸੀ, ਨਾਲ ਇੱਕ ਪਲੰਘਾ ਵੱਖਰਾ ਮਹਾਰਾਜ ਜੀ ਦੇ ਪਲੰਘੇ ਤੋਂ ਉੱਚਾ ਹੁੰਦਾ ਸੀ। ਉਹਦੇ ਤੇ ਸਾਰੇ ਸ਼ਸਤਰ ਮਹਾਰਾਜ ਜੀ ਸਜਾ ਦਿੰਦੇ ਆਪਣੇ। ਉਹਦੇ ਤੇ ਸਾਰੇ ਸ਼ਸਤਰ ਸਤਿਗੁਰੂ ਜੀ ਰੱਖਦੇ ਹਨ। ਤਿੰਨ ਮੈਂ ਦੋਨ ਸਰਾਸਨ ਤਰੇ। ਫਿਰ ਉਹਨਾਂ ਸ਼ਸਤਰਾਂ ਦੀ ਮਹਾਰਾਜ ਰੋਜ਼ ਉਹਨਾਂ ਨੂੰ ਫੁੱਲ ਭੇਟ ਕਰਨੇ, ਤੇ ਜਦੋਂ ਚੰਦਨ ਵਗੈਰਾ ਲਿਆਉਣਾ ਨਾ ਸੇਵਾਦਾਰਾਂ ਨੇ, ਉਹ ਮਹਾਰਾਜ ਜੀ ਨੇ ਉਹਦੇ ਤੇ ਛਿੱਟੇ ਮਾਰਨੇ ਸ਼ਸਤਰਾਂ ਤੇ, ਉਹਦਾ ਚਰਚਣ ਕਰਨਾ, ਸੁਗੰਧੀ ਤਖਾਣੀ। ਦਿੜ ਦਰਾਜ ਦੀਖਤ ਬਰ ਕਰੇ। ਜਿਹੜੇ 2 ਧਨ ਖਾਏ ਨੇ ਮਹਾਰਾਜ ਜੀ ਨੇ ਉਹ ਵੀ ਸ਼ਸਤਰਾਂ ਦੇ ਨਾਲ ਰੱਖ ਦਿੱਤੇ ਉੱਥੇ। ਜਿਹਦੇ ਪਾਤਸ਼ਾਹ ਦੇ ਪਹਿਲਾਂ ਆਪਣੇ ਸ਼ਸਤਰ ਨੇ, 5-4 ਤਲਵਾਰਾਂ ਨੇ ਮਹਾਰਾਜ ਜੀ ਦੀਆਂ, ਸੋਹਣੇ ਤੀਰ ਕਮਾਨ ਦੇ ਵਿੱਚ ਜਿਹੜੇ ਪੌੜ ਕੇ ਚਲਾਉਣ ਵਾਲੇ ਤੀਰ ਨੇ, ਖੱਪਰੇ ਉਹ ਨੇ। ਉਹ ਸਾਰੇ ਸ਼ਸਤਰ ਮਹਾਰਾਜ ਇਦਾਂ ਪਲੰਘੇ ਤੇ ਰੱਖਦੇ ਆਪਣੇ ਨਾਲ। ਤੇ ਜਦੋਂ ਉਹ ਤਨਖਾਹ ਆਏ, 2 ਕਮਾਣ ਆਈਆਂ, ਉਹ ਕਮਾਣਾ ਵੀ ਮਹਾਰਾਜ ਜੀ ਦੇ ਨਾਲ ਹੀ ਉੱਥੇ ਰੱਖ ਦਿੱਤੀਆਂ, ਜਿਹੜੀਆਂ ਬੜੀਆਂ ਮਜ਼ਬੂਤ ਤੇ ਚੌੜੀ ਪੱਟੀ ਵਾਲੀਆਂ ਹਨ। ਕਾਤਕ ਮਾਸ ਅਮਾਵਸ ਨਿਸਮੇ। ਕੱਤਕ ਦੀ ਮੱਸਿਆ ਦੀ ਰਾਤ ਆਈ। ਅਮਾਵਸ ਕੱਤਕ ਦਾ ਮਹੀਨਾ ਸੀ, ਕਿਉਂਕਿ ਮਹਾਰਾਜ ਜੀ ਕੱਤਕ ਦੇ ਮਹੀਨੇ ਵਿੱਚ ਹੀ ਜੋਤੀ ਜੋਤ ਸਮਾਏ। ਤੋ ਕਾਤਕ ਦੇ ਮਹੀਨੇ ਦੀ ਜਿਹੜੀ ਮੱਸਿਆ ਦਾ ਦਿਨ ਰਾਤ ਆਈ। ਦੀਪ ਮਾਲ ਕਰ ਕਰ ਜਿਸ ਕਿਸਮੇ। ਤੇ ਕੱਤਕ ਦੀ ਮੱਸਿਆ ਦੀ ਰਾਤ ਨੂੰ ਕੀ ਹੁੰਦਾ? ਦੀਵਾਲੀ ਦਾ ਜੋੜ ਮੇਲਾ। ਤੋ ਦੀਪਮਾਲਾ ਮਨਾਈ ਗਈ, ਘਰ ਘਰ ਦੇ ਵਿੱਚ ਦੀਵੇ ਜਗਾਏ ਗਏ, ਸਾਰੇ ਪਾਸੇ ਦੀਵਿਆਂ ਦੀ ਕਹਿੰਦੇ ਜਿਹੜੀ ਉਹ ਰੌਸ਼ਨੀ ਕੀਤੀ ਗਈ, ਦੀਵਿਆਂ ਦਾ ਪ੍ਰਕਾਸ਼ ਕੀਤਾ ਗਿਆ। 6ਵੇਂ ਪਾਤਸ਼ਾਹ ਨੂੰ ਚੇਤੇ ਕੀਤਾ। ਦੀਵਾਲੀ ਦਾ ਜੋੜ ਮੇਲਾ ਗੁਰੂ ਘਰ ਦੇ ਵਿੱਚ ਪੁਰਾਤਨ ਸਮੇਂ ਤੋਂ ਮਨਾਇਆ ਜਾਂਦਾ ਰਿਹਾ ਹੈ। ਬਕਾਇਦਾ ਮਹਾਰਾਜ ਜੀ ਦੇ ਹੁਕਮਨਾਮੇ ਮਿਲਦੇ ਆ। ਜਦੋਂ ਸਤਿਗੁਰੂ ਜੀ ਲਿਖਦੇ ਆ ਹੁਕਮਨਾਮਿਆਂ 'ਚ ਸੰਗਤ ਨੂੰ ਕਿ ਦੀਪਮਾਲਾ ਕੇ ਮੇ ਜੋੜ ਮੇਲੇ ਪਰ ਆਨੰਦਪੁਰ ਸਾਹਿਬ ਆਵਣਾ ਜਾਂ ਅੰਮ੍ਰਿਤਸਰ ਸਾਹਿਬ ਵਿਖੇ ਆਵਣਾ, ਭਾਈ ਮਨੀ ਸਿੰਘ ਸਾਹਿਬ ਜੀ ਦੀਆਂ ਚਿੱਠੀਆਂ ਮਿਲਦੀਆਂ ਨੇ। ਤੋ ਇਸ ਤਰ੍ਹਾਂ ਦੀਪਮਾਲਾ ਦਾ ਜੋੜ ਮੇਲਾ ਗੁਰੂ ਘਰ ਦੇ ਵਿੱਚ ਪੁਰਾਤਨ ਸਮੇਂ ਤੋਂ ਮਨਾਇਆ ਜਾਂਦਾ ਹੈ। ਇਹ ਦੀਵਿਆਂ ਦੀ ਰਾਤ ਕਹੀ ਜਾਂਦੀ ਹੈ। ਇਹ ਸੰਕੇਤ ਹੈ ਕਿ ਅੰਧਕਾਰ ਦੇ ਵਿੱਚ ਸੁੱਖ ਨਹੀਂ ਹੈ। ਉਸ ਅੰਧਕਾਰ ਦੇ ਵਿੱਚ ਰੌਸ਼ਨੀ ਹੋਵੇ, ਦੀਵਾ ਜਗੇ ਤੇ ਅੰਧਕਾਰ ਦੂਰ ਹੋਵੇ, ਤੇ ਉਸ ਰੌਸ਼ਨੀ ਵਿੱਚ ਖੁਸ਼ੀ ਹੈ। ਇਹ ਭਗਤਾਂ ਦੇ ਹਿਰਦੇ ਦੀ ਖੁਸ਼ੀ ਦਾ ਪ੍ਰਗਟਾਵਾ ਹੈ। ਤੇ ਫਿਰ 6ਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸਮਰਪਿਤ ਜਾਣ ਕੇ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਾਣ ਕੇ ਵੀ ਪਾਤਸ਼ਾਹ ਬੰਦੀ ਛੋੜ ਦੇ। ਪਾਤਸ਼ਾਹ ਦਾ ਉਹ ਦਿਨ ਜਾਣ ਕਰਕੇ ਸਮੁੱਚਾ ਖਾਲਸਾ ਪੰਥ ਨੂੰ ਬੰਦੀ ਛੋੜ ਦਿਵਸ ਦੇ ਨਾਂ ਨਾਲ ਮਨਾਉਂਦਾ ਹੈ। ਤੋ ਕਲਗੀਧਰ ਪਾਤਸ਼ਾਹ ਹੁਣ ਵੀ ਦੀਵਾਲੀ ਦਾ ਜੋੜ ਮੇਲਾ ਬੜੇ ਵੱਡੇ ਪੱਧਰ ਤੇ ਤਖਤ ਸੱਚਖੰਡ ਸ੍ਰੀ ਹਜੂਰ, ਇੱਕ ਸ੍ਰੀ ਅੰਮ੍ਰਿਤਸਰ ਸਾਹਿਬ, ਫਿਰ ਦੂਜੇ ਨੰਬਰ ਦੇ ਉੱਤੇ ਸ੍ਰੀ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਇਹ ਜੋੜ ਮੇਲਾ ਹਰ ਸਾਲ ਮਨਾਇਆ ਜਾਂਦਾ। ਬਕਾਇਦਾ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਜਿੰਨੇ ਅੰਗੀਠੇ ਤੇ ਸਾਹਿਬ ਦੇ ਸ਼ਸਤਰ ਨੇ, ਮਹਾਰਾਜ ਜੀ ਦਾ ਅੰਗੀਠਾ ਨਾ ਤਖਤ ਸਾਹਿਬ ਉੱਪਰ ਜਿੰਨੇ ਸ਼ਸਤਰ ਨੇ, ਅੰਦਰ ਖਜ਼ਾਨੇ 'ਚ ਹਜ਼ਾਰਾਂ ਹੀ ਸ਼ਸਤਰ ਨੇ, ਉਹ ਸਾਰੇ ਸ਼ਸਤਰ ਬਾਹਰ ਆਉਂਦੇ ਆ। ਉਹਨਾਂ ਸਾਰੇ ਸ਼ਸਤਰਾਂ ਦੀ ਸੇਵਾ ਹੁੰਦੀ, ਉਹਨਾਂ ਨੂੰ ਗੱਦੀ ਕੀਤਾ ਜਾਂਦਾ ਹੈ ਕਿ ਕਿਸੇ ਸ਼ਸਤਰ ਨੂੰ ਕੋਈ ਮਾੜੀ ਮੋਟੀ ਜਰ ਲੱਗੇ ਉਹਦੀ ਸਫਾਈ ਕੀਤੀ ਜਾਂਦੀ ਹੈ। ਤੇ ਫਿਰ ਬੜੇ ਸਤਿਕਾਰ ਨਾਲ ਤਖਤ ਇਸ਼ਨਾਨ ਉਹਨੂੰ ਕਹਿੰਦੇ ਆ। ਦੀਵਾਲੀ ਤੋਂ ਇੱਕ ਦਿਨ ਪਹਿਲਾਂ ਉਹਨੂੰ ਤਖਤ ਇਸ਼ਨਾਨ ਕਹਿੰਦੇ। ਸਾਰਾ ਦਰਬਾਰ ਅੰਦਰੋਂ ਇਸ਼ਨਾਨ ਕਰਾਉਂਦੇ ਆ ਤੇ ਬਹੁਤ ਸੰਗਤਾਂ ਉੱਥੇ ਹਾਜ਼ਰੀਆਂ ਭਰਦੀਆਂ। ਮਹਾਰਾਜ ਜੀ ਦੇ ਪੁਰਾਣੇ ਸ਼ਸਤਰਾਂ ਦੇ ਕਈ ਸਿੰਘ ਸੇਵਾ ਜਿਨ੍ਹਾਂ ਨੂੰ ਮਿਲ ਜਾਂਦੀ, ਫਿਰ ਉਹ ਦਰਸ਼ਨ ਕਰਦੇ। ਕਈ ਸਾਲ ਪਹਿਲਾਂ ਦਾਸਾਂ ਨੇ ਵੀ ਉੱਥੇ ਸੇਵਾ ਕੀਤੀ, ਸ਼ਸਤਰਾਂ ਦੇ ਦਰਸ਼ਨ। ਕਰਾਮਾਤੀ ਤਲਵਾਰ ਉੱਥੇ ਸ਼ਸਤਰ ਹੈ, ਉਹਦੇ ਬਾਰੇ ਦੱਸਿਆ। ਕਰਾਮਾਤੀ ਸ਼ਸਤਰ ਬਾਰੇ ਜਥੇਦਾਰ ਸਾਹਿਬ ਜੀ ਨੇ ਕਹਿੰਦੇ, ਸ਼ਸਤਰ ਜਦੋਂ ਥੱਲੇ ਰੱਖਿਆ ਹੁੰਦਾ ਸੁਖਾਸਣ ਵੇਲੇ, ਜਦੋਂ ਸੁਬਾਹ ਅੰਮ੍ਰਿਤ ਵੇਲੇ ਵੇਖੀਦਾ ਤੇ ਸ਼ਸਤਰ ਉੱਪਰ ਪ੍ਰਕਾਸ਼ ਕੀਤਾ ਹੁੰਦਾ ਇਹਦਾ। ਤੋ ਇਦਾਂ ਦੀ ਕਲਾ ਉਹ ਸ਼ਸਤਰਾਂ ਦੀ ਉੱਥੇ ਵਰਤਦੀ ਹੈ ਅੰਦਰ। ਮਹਾਰਾਜ ਜੀ ਦੇ ਉਹ ਸ਼ਸਤਰ ਨੇ। ਗਜਗਾਹ ਹੈ, ਉਹ ਅਸ਼ਟਭੁਜੀ ਬਕਾਇਦਾ ਜਦੋਂ ਅਰਦਾਸਾ ਹੁੰਦਾ ਉਹਨੂੰ ਖੜਾ ਕਰ ਦਿੰਦੇ ਆ। ਇੱਥੇ ਇਦਾਂ ਦੀ ਮਰਿਆਦਾ ਉੱਥੇ ਤਖਤ ਸਾਹਿਬ। ਤੋ ਇਸ ਪ੍ਰਕਾਰ ਨਾਲ ਉਹਨਾਂ ਸ਼ਸਤਰਾਂ ਦਾ ਬੜਾ ਸਤਿਕਾਰ ਹੈ, ਸ਼ਸਤਰਾਂ ਦੀ ਉਹ ਪੂਜਾ ਕਰਦੇ।
ਤੋ ਦੀਵਾਲੀ ਦਾ ਜੋੜ ਮੇਲਾ ਕਲਗੀਧਰ ਜੀ ਨੇ ਉੱਥੇ ਮਨਾਇਆ ਸੀ। ਇਸ ਕਰਕੇ ਉਸੇ ਪਰੰਪਰਾ ਦੇ ਤਹਿਤ ਹੁਣ ਤੱਕ ਉਹ ਦੀਵਾਲੀ ਦਾ ਜੋੜ ਮੇਲਾ ਜਿਹੜੇ ਵੀ ਉਹ ਹਜੂਰੀ ਸਿੰਘ ਨੇ ਉਹ ਬੜੀ ਸ਼ਰਧਾ ਨਾਲ, ਬਹੁਤ ਸਾਰੀਆਂ ਸੰਗਤਾਂ ਪੰਜਾਬ ਤੋਂ ਦੂਰੋਂ ਦਰੇਡਿਓਂ ਉੱਥੇ ਪਹੁੰਚ ਕੇ ਉਹ ਦਿਨ ਉੱਥੇ ਮਨਾਉਂਦੇ। ਜਿਵੇਂ ਕਲਗੀਧਰ ਜੀ ਨੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ ਸੀ ਨਾ, ਕਪਾਲ ਮੋਚਨ, ਤੇ ਕਪਾਲ ਮੋਚਨ 10ਵੇਂ ਪਾਤਸ਼ਾਹ ਪੌਂਟਾ ਸਾਹਿਬ ਤੋਂ ਆ ਕੇ ਮਨਾਇਆ ਸੀ। ਹੁਣ ਵੀ ਬਹੁਤ ਹਜ਼ਾਰਾਂ ਦੀ ਗਿਣਤੀ ਚ, ਲੱਖਾਂ ਦੀ ਗਿਣਤੀ ਚ ਸੰਗਤਾਂ ਇੱਥੋਂ ਪੰਜਾਬ ਚੋਂ, ਹਰਿਆਣੇ ਚੋਂ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਨੂੰ ਮਨਾਉਣ ਵਾਸਤੇ ਕਪਾਲ ਮੋਚਨ ਸਾਹਿਬ ਜਾਂਦੇ। ਟਰਾਲੀਆਂ ਦੀਆਂ ਭਰੀਆਂ, ਟਰੱਕ ਭਰ ਕੇ ਆਪੋ ਆਪਣੇ ਵਾਹਨਾਂ ਤੇ ਸਾਰੇ ਸਾਲ ਦੇ ਵਿੱਚ ਉਸੇ ਜੋੜ ਮੇਲੇ ਤੇ ਗੁਰਪੁਰਬ ਤੇ ਸੰਗਤਾਂ ਉੱਥੇ ਜਾਂਦੀਆਂ। ਇਸੇ ਤਰ੍ਹਾਂ ਸ੍ਰੀ ਹਜੂਰ ਸਾਹਿਬ ਵਿਖੇ ਦੀਵਾਲੀ ਦਾ ਜੋੜ ਮੇਲਾ ਮਨਾਉਣ ਦੀ ਜਿਹੜੀ ਮਰਿਆਦਾ ਹੈ ਉਹ ਕਲਗੀਧਰ ਨੇ ਉੱਥੇ ਮਨਾਈ ਹੈ। ਦੀਵਾਲੀ ਸਤਿਗੁਰਾਂ ਨੇ ਉਹ ਜੋੜ ਮੇਲਾ ਸਤਿਗੁਰਾਂ ਮਨਾਇਆ। ਉਸੇ ਯਾਦ ਨੂੰ ਮੁੱਖ ਰੱਖਦਿਆਂ ਸਮੁੱਚਾ ਪੰਥ ਉੱਥੇ ਪਹੁੰਚਦਾ। ਜਿਹੜੇ ਉੱਥੇ ਜਾ ਸਕਦੇ ਉੱਥੇ, ਜਿਹੜੇ ਸ੍ਰੀ ਅੰਮ੍ਰਿਤਸਰ ਸਾਹਿਬ ਮਨਾਉਂਦੇ ਉੱਥੇ ਵੀ ਬਹੁਤ ਸਾਰੀਆਂ ਫੌਜਾਂ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਮਹਾਰਾਜ ਜੀ ਦਾ ਜੋੜ ਮੇਲਾ ਮਨਾਉਂਦੇ, 6ਵੇਂ ਪਾਤਸ਼ਾਹ ਨੂੰ ਚੇਤੇ ਕਰਦੇ, ਧੰਨ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ 'ਚ ਨਤਮਸਤਕ ਹੁੰਦੇ ਆ। ਤੋ ਇਸ ਪ੍ਰਕਾਰ ਨਾਲ ਕਹਿੰਦੇ ਮੱਸਿਆ ਦੀ ਰਾਤ ਸੀ, ਯਾਨੀ ਕਿ ਦੀਵਾਲੀ ਦਾ ਮੇਲਾ ਸੀ, ਤੇ ਦੀਵਾਲੀ ਵਾਲੇ ਦਿਨ ਘਰ ਘਰ ਦੇ ਵਿੱਚ ਦੀਵੇ ਜਗਾਏ ਗਏ, ਰੌਸ਼ਨੀ ਕੀਤੀ ਗਈ, ਦੀਪਮਾਲਾ ਕੀਤੀ ਗਈ। ਕ੍ਰਿਤ ਸਨੇ ਜਲਾਏ ਬਿਸਾਲਾ, ਜਿਹੜਾ ਘਿਓ ਦੇ ਦੀਵੇ ਜਗਾ ਸਕਦਾ ਸੀ ਜਥਾ ਸ਼ਕਤ ਉਹਨੇ ਦੇਸੀ ਘਿਓ ਦੇ ਦੀਵੇ ਜਗਾਏ। ਜਿਹੜਾ ਕੋਈ ਤੇਲ ਦੇ ਜਗਾ ਸਕਦਾ ਸੀ ਉਹਨੇ ਤੇਲ, ਸਨੇਹ ਨਾਮ ਹੁੰਦਾ ਤੇਲ ਦਾ, ਘ੍ਰਿਤ ਨਾਮ ਹੁੰਦਾ ਘਿਓ ਦਾ, ਤੇ ਜਿਹਨੇ ਤੇਲ ਦੇ ਜਗਾਣੇ ਉਹਨਾਂ ਤੇਲ ਪਾ ਕੇ ਦੀਵੇ ਜਗਾਏ। ਵਿਦ ਵਿਦਨ ਤਰ ਦੀਪਕ ਮਾਲਾ, ਇਹਦਾ ਵਿਵਿਧ ਪ੍ਰਕਾਰ ਦੀ ਦੀਪਮਾਲਾ ਜਿਹੜੀ ਆ ਉਹ ਕੀਤੀ ਗਈ। ਗੁਰੂ ਸਦਨ ਕੇ ਚੌਂਦਿਸ਼ ਜੋਤ, ਜਿੱਥੇ ਸਤਿਗੁਰਾਂ ਦਾ ਘਰ ਹੈ ਨਾ, ਜਿੱਥੇ ਪਾਤਸ਼ਾਹ ਦਾ ਆਸਣ ਹੈ ਤਖਤ ਸਾਹਿਬ ਕੋਲ, ਉੱਥੇ ਚਾਰੇ ਪਾਸੇ ਰੌਸ਼ਨੀ ਰੌਸ਼ਨੀ ਕੀਤੀ। ਸਿੰਘਾਂ ਨੇ ਆ ਕੇ ਮਹਾਰਾਜ ਜੀ ਦੇ ਜਿੱਥੇ ਆਸਣ ਨੇ ਉੱਥੇ ਦੀਵੇ ਜਗਾਏ, ਦੇਸੀ ਘਿਓ ਦੀਆਂ ਮਹਿਕਾਂ ਖਿੰਡੀਆਂ ਹੋਈਆਂ ਉੱਥੇ, ਤੋ ਦੀਵੇ ਉੱਥੇ ਚਾਰੇ ਪਾਸੇ ਰੌਸ਼ਨੀ ਕੀਤੀ ਹੋਈ, ਪ੍ਰਕਾਸ਼ ਕੀਤਾ ਹੋਇਆ। ਪਾ ਪ੍ਰਕਾਸ਼ ਦਿਨ ਮਨੋ ਉਦੋਤ, ਇੰਨਾ ਪ੍ਰਕਾਸ਼ ਹੋਇਆ ਦੀਵਿਆਂ ਦੇ ਜਗਣ ਦਾ ਵੀ ਮਾਨੋ ਰਾਤ ਸਮੇਂ ਦਿਨ ਚੜ ਗਿਆ ਹੋਵੇ, ਇੰਨੀ ਰੌਸ਼ਨੀ ਹੋਈ। ਪੰਚਾਮ੍ਰਿਤ ਕਰਵਾਏ ਵਰਤਾਏ, ਤੋ ਦੀਪਮਾਲਾ ਦਾ ਜੋੜ ਮੇਲਾ ਮਨਾਇਆ ਖਾਲਸੇ ਨੇ, ਗੁਰਬਾਣੀ ਦੇ ਜਾਪ ਕੀਤੇ, ਤੇ ਕੜਾਹ ਪ੍ਰਸ਼ਾਦ ਦੀਆਂ ਜਿਹੜੀਆਂ ਦੇਗਾਂ ਨੇ ਉਹ ਬਣਾ ਕੇ ਅਰਦਾਸੇ ਕਰਕੇ ਗੁਰੂ ਚਰਨਾਂ 'ਚ ਦੇਗਾਂ ਵਰਤਾਈਆਂ। ਉਤਸਵ ਰਚਿਓ ਆਨੰਦ ਸਮੁਦਾਏ, ਕਹਿੰਦੇ ਬੜਾ ਸੁੰਦਰ ਉਤਸਵ ਰਚਿਆ, ਆਨੰਦ ਹੀ ਆਨੰਦ, ਖੇੜਾ ਹੀ ਖੇੜਾ ਚਾਰੇ ਪਾਸੇ ਨਜ਼ਰੀ ਆਉਂਦਾ। ਬਿਤਿਓ ਸੋ ਦਿਨ ਪਤ ਪਦਾ ਬਿਤਾਈ, ਕਹਿੰਦੇ ਇਸ ਤਰ੍ਹਾਂ ਏਕਮ ਦਾ ਦਿਨ ਆ ਗਿਆ। ਤੋ ਏਕਮ ਦਾ ਦਿਨ ਆਇਆ ਤੇ ਏਕਮ ਤੋਂ ਬਾਅਦ ਯਮ ਦਿਵਤੀਆ, ਜਿਹਨੂੰ ਕੱਤਕ ਸੁਦੀ ਦੂਜ ਕਹਿੰਦੇ ਨੇ, ਕੱਤਕ ਸੁਦੀ ਦੂਜ ਦਾ ਦਿਨ ਆ ਗਿਆ। ਮੱਸਿਆ ਤੋਂ ਅਗਲਾ ਦਿਨ ਏਕਮ ਦਾ ਬੀਤ ਗਿਆ, ਉਸ ਤੋਂ ਅਗਲਾ ਦਿਨ ਦੂਜ ਦਾ ਆ ਗਿਆ। ਜਮ ਦੁਤੀਆ ਉਦਤਿਓ ਗ੍ਰਹਿ ਰਾਈ, ਕਹਿੰਦੇ ਜਿਹੜਾ ਦੂਸਰੇ ਗ੍ਰਹਿ ਦੇ ਵਿੱਚ ਸੂਰਜ ਜਿਹੜਾ ਉਹ ਗਿਆ। ਸੁੰਦਰ ਤੰਬੂ ਇੱਕ ਲਗਵਾਇਓ, ਪੂਰਾ ਹੁਕਮ ਕੀਤਾ ਜਿੱਥੇ ਤਖਤ ਸਾਹਿਬ ਵਾਲੀ ਜਗ੍ਹਾ ਹੈ ਨਾ, ਜਿੱਥੇ ਹੁਣ ਆਪ ਜੀ ਦਰਸ਼ਨ ਕਰਦੇ ਹੋ, ਮਹਾਰਾਜ ਜੀ ਨੇ ਹੁਕਮ ਕੀਤਾ ਵੀ ਇੱਥੇ ਤੰਬੂ ਲਾ ਦਿਓ, ਚਾਰੇ ਪਾਸੇ ਕਨਾਤਾਂ ਤਾਣ ਦਿਓ। ਹਾਂਜੀ, बीच दो चोबे स्थित सुहायो, ਉਹਦੇ ਵਿੱਚ ਦੋ ਚੋਬਾਂ ਲਾ ਕੇ ਕਹਿੰਦੇ ਸਥਿਤ ਕੀਤਾ। चौदिश में कनात तनवाई, ਤੰਬੂ ਲਵਾ ਕੇ ਉਹਦੇ ਚਾਰੇ ਪਾਸੇ ਮਹਾਰਾਜ ਜੀ ਨੇ ਕਨਾਤਾਂ ਤਣਵਾ ਦਿੱਤੀਆਂ। रंगा रंग फर्श छित छाई, ਸੋਹਣੇ ਸੋਹਣੇ ਗਲੀਚੇ ਜਿਹੜੇ ਨੇ ਉਹ ਵਿੱਚ ਵਿਛਾ ਦਿੱਤੇ ਗਏ। बीच प्रवेश भये तिस जाए, ਉਸ ਤੰਬੂ ਦੇ ਵਿੱਚ ਸਤਿਗੁਰੂ ਜੀ ਜਾ ਕੇ ਪ੍ਰਵੇਸ਼ ਕਰ ਗਏ। रक्षक दूर दूर बैठाए, ਜਿਹੜੇ ਪਹਿਰੇ ਤੇ ਬੈਠਣ ਵਾਲੇ ਸਿੰਘ ਸਨ ਉਹ ਦੂਰ ਦੂਰ ਬਿਠਾ ਦਿੱਤੇ, ਕਹਿ ਦਿੱਤਾ ਵੀ ਨੇੜੇ ਨਹੀਂ ਆਉਣਾ ਕਿਸੇ ਨੇ ਤੰਬੂ ਦੇ। जाम एक लग थिरियो खरे, ਮਹਾਰਾਜ ਜੀ ਨੇ ਹੁਕਮ ਕੀਤਾ ਵੀ ਇੱਕ ਪੈਰ ਤੱਕ ਸਾਰਿਆਂ ਨੇ ਖਲੋਤੇ ਰਹਿਣਾ, ਪਹਿਰੇ ਦੇ ਉੱਤੇ ਰਹਿਣਾ। अंतर न प्रवेश को करे, ਤੇ ਕੋਈ ਵੀ ਅੰਦਰ ਪ੍ਰਵੇਸ਼ ਨਾ ਕਰੇ।
ਇੱਕ ਪੈਰ ਤੱਕ ਕੋਈ ਅੰਦਰ ਨਾ ਆਵੇ, ਇੱਕ ਪੈਰ ਤੱਕ ਸਾਰਿਆਂ ਨੇ ਪਹਿਰਾ ਦੇਣਾ। ਕਲਗੀਧਰ ਪਾਤਸ਼ਾਹ ਜੀ ਚੋਜ ਰਚ ਰਹੇ ਨੇ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਗੱਦੀ ਦੇ ਰਹੇ ਨੇ। ਉਹ ਸਾਰੀ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਾਵਨ ਜਸ ਸਤਿਗੁਰਾਂ ਦੀ ਸੋਭਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਤਿਬੁੱਧੀ ਤੇ ਸਮਤ ਪ੍ਰਦਾਨ ਕਰਨ।